ਆਵੈ ਤਾਏ ਸਭ ਥਾਈ ਹੋਏ ਸਹਾਏ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ। ਸ੍ਰੀ ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ। ਦੇਖਨ ਕੋ ਤਰਸਤ ਚਿਤ ਰਹੈ, ਤੁਮ ਬਿਨ ਕਿਮ ਧੀਰਜ ਉਰ ਲਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਜੁਗੋ ਜੋਗੇ ਅਟਲ ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀ ਦਾਤ ਸਰਵਣ ਕੀਤੀ ਹੈ। ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀਆਂ ਦੇ ਪ੍ਰਕਾਸ਼ ਦਿਹਾੜੇ ਸੰਗਤਾਂ ਨੂੰ ਪ੍ਰਾਪਤ ਹੋ ਰਹੇ ਨੇ, ਅਤੇ ਇਸ ਦੇ ਸੰਬੰਧ ਵਿੱਚ ਆਪਾਂ ਜੋ ਹਨ ਕਥਾ ਵਿਚਾਰਾਂ ਵੀ ਸਰਵਣ ਕਰਾਂਗੇ। ਪਰ ਉਸ ਤੋਂ ਪਹਿਲਾਂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਤਿਹਾਸ ਜੋ ਆਪਾਂ ਲੜੀਵਾਰ ਸਰਵਣ ਕਰ ਰਹੇ ਹਾਂ, ਉਹਦੇ ਵਿੱਚ ਮਹਾਰਾਜ ਨੇ ਕੱਲ੍ਹ ਆਪਾਂ ਨੂੰ ਇਹ ਬਚਨ ਬਖਸ਼ਿਸ਼ ਕੀਤੇ ਨੇ। ਪਟਨਾ ਸਾਹਿਬ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਵਿਚਰ ਰਹੇ ਨੇ, ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ। ਕਈ ਕੌਤਕ ਇੱਥੇ ਹੋਏ ਨੇ। ਹੁਣ ਸਤਿਗੁਰਾਂ ਨੇ ਆਪਣੀ ਮਾਤਾ ਨਾਨਕੀ ਜੀਆਂ ਨੂੰ ਆਖਿਆ ਕਿ ਸਾਡਾ ਪੰਜਾਬ ਨੂੰ ਔਰ ਅਨੰਦਪੁਰ ਸਾਹਿਬ ਨੂੰ ਜਾਣ ਦਾ ਮਨ ਬਣਿਆ ਹੈ। ਜਿਹੜਾ ਨਗਰ ਅਸੀਂ ਵਸਾ ਕੇ ਆਏ ਹਾਂ, ਉਸ ਨਗਰ ਨੂੰ ਹੋਰ ਅੱਗੇ ਪ੍ਰਫੁੱਲਤ ਕਰੀਏ, ਸੋ ਉੱਥੇ ਰਹਿੰਦੇ ਕਾਰਜ ਕਰੀਏ। ਇਹ ਬਚਨ ਸੁਣ ਕੇ ਮਾਤਾ ਨਾਨਕੀ ਜੀ ਨੇਤਰਾਂ ਦੇ ਵਿੱਚ ਵੈਰਾਗ ਦਾ ਜਲ ਉਸ ਵੇਲੇ ਭਰ ਗਿਆ। ਇਹ ਬਚਨ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕਰਿਆ ਏ। ਅੱਗੇ ਜਿਵੇਂ ਮਹਾਰਾਜ ਬਖਸ਼ਿਸ਼ ਕਰਦੇ, ਬੜੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖਨ ਕੋ ਤਰਸਤ ਚਿਤ ਰਹੇ। ਸੋ ਮਾਤਾ ਜੀ ਕਹਿ ਰਹੇ ਨੇ, ਕਹਿਣ ਲੱਗੇ ਸਤਿਗੁਰੂ ਜੀ, ਤੁਹਾਨੂੰ ਵੇਖਣ ਵਾਸਤੇ ਸਾਡਾ ਮਨ ਤਰਸਦਾ ਰਹਿੰਦਾ ਹੈ। ਸਾਡਾ ਮਨ ਤੁਹਾਡੇ ਦਰਸ਼ਨਾਂ ਨੂੰ ਹਰ ਵੇਲੇ ਚਾਹੁੰਦਾ ਹੈ। ਤੁਮ ਬਿਨ ਕਿਮ ਧੀਰਜ ਉਰ ਲਹੈ। ਤੇ ਸਤਿਗੁਰੂ ਪਾਤਸ਼ਾਹ ਜੀਓ, ਤੁਹਾਡੇ ਤੋਂ ਬਿਨਾਂ ਸਾਡੇ ਮਨ ਨੂੰ ਧੀਰਜ ਆਵੇ ਤੇ ਕਿਵੇਂ ਆਵੇ? ਤੁਹਾਡੇ ਤੋਂ ਬਿਨਾਂ ਸਾਡੇ ਮਨ ਨੂੰ ਧੀਰਜ ਨਹੀਂ ਆ ਸਕਦਾ ਹੈ। ਇਸ ਕਰਕੇ ਅਸੀਂ ਤੁਹਾਡੇ ਦਰਸ਼ਨ ਹਰ ਵੇਲੇ ਚਾਹੁੰਦੇ ਹਾਂ। ਸੁਨ ਸਤਿਗੁਰ ਮ੍ਰਿਦ ਬਾਕ ਬਖਾਨੇ। ਉਸ ਵੇਲੇ ਆਪਣੀ ਮਾਤਾ ਨਾਨਕੀ ਜੀਆਂ ਦੇ ਬਚਨ ਜਦੋਂ ਸੁਣੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ, ਤੇ ਸਤਿਗੁਰੂ ਪਾਤਸ਼ਾਹ ਜੀ ਬੜੇ ਕੋਮਲ ਤੇ ਮਿੱਠੇ ਬਚਨ ਆਪਣੀ ਮਾਤਾ ਨੂੰ ਇਸ ਤਰ੍ਹਾਂ ਕਹਿਣ ਲੱਗੇ ਹਨ। ਹਮ ਪੰਜਾਬ ਅਬ ਕਰੈ ਪਿਆਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਹੁਣ ਸਾਡਾ ਪੰਜਾਬ ਜਾਣਾ ਜ਼ਰੂਰੀ ਹੈ। ਸਾਡਾ ਪੰਜਾਬ ਜਾਣਾ ਹੁਣ ਬਣਦਾ ਹੈ, ਕਿਉਂਕਿ ਕੁਝ ਐਸੇ ਕਾਰਜ ਨੇ ਜਿਹੜੇ ਪੰਜਾਬ ਜਾ ਕੇ ਅਸੀਂ ਕਰਨੇ ਹਨ। ਤਾਂ ਬਸੈ ਜਬ ਕੇਤਕ ਕਾਲ। ਤੇ ਉੱਥੇ ਕੁਝ ਸਮਾਂ ਹਾਲੇ ਰਹਿਣਾ ਹੈ। ਮਹਾਰਾਜ ਜੀ ਆਉਣ ਵਾਲਾ ਸਮਾਂ ਹੁਣ ਕਿਵੇਂ ਦਾ ਆਵੇਗਾ, ਭਵਿੱਖ ਵਾਲਾ ਸਮਾਂ ਕਿਵੇਂ ਦਾ ਹੈ, ਉਹਦੇ ਬਾਬਤ ਮਹਾਰਾਜ ਦੱਸਦੇ ਪਏ। ਕਹਿੰਦੇ ਕੁਝ ਸਮਾਂ ਹਾਲੇ ਜਾ ਕੇ ਅਸੀਂ ਪੰਜਾਬ ਦੇ ਵਿੱਚ ਰਹਿਣਾ ਹੈ। ਕਰੈ ਪਠਾਵਨ ਸੁਧ ਦਰਹਾਲ। ਅਤੇ ਫਿਰ ਤੁਹਾਨੂੰ ਉੱਥੋਂ ਹਾਲ ਲਿਖ ਕੇ ਭੇਜਾਂਗੇ। ਸੋ ਆਪ ਜੀਆਂ ਨੇ ਸ਼ਾਇਦ ਇਹ ਬਚਨ ਨਾ ਸਰਵਣ ਕੀਤੇ ਹੋਣ। ਪਟਨਾ ਸਾਹਿਬ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਵੱਖਰੇ ਆਏ ਸਨ ਸਿੱਖਾਂ ਦੇ ਨਾਲ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਧੰਨ ਗੋਬਿੰਦ ਰਾਏ ਜੀ, ਇਹ ਵੱਖਰੇ ਤੌਰ 'ਤੇ ਆਏ ਸਨ। ਉਹੀ ਬਚਨ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿ ਰਹੇ ਨੇ। ਕਹਿੰਦੇ ਅਸੀਂ ਹੁਣ ਪੰਜਾਬ ਜਾਵਾਂਗੇ। ਜਦੋਂ ਅਸੀਂ ਅਨੰਦਪੁਰ ਸਾਹਿਬ ਪਹੁੰਚਾਂਗੇ, ਉੱਥੋਂ ਦਾ ਵਾਤਾਵਰਣ ਵੇਖ ਕੇ ਉੱਥੇ ਜਿਹੜੇ ਕਾਰਜ ਨੇ ਕਰਾਂਗੇ, ਫਿਰ ਤੁਹਾਨੂੰ ਸੁਨੇਹਾ ਭੇਜਾਂਗੇ। ਜਦੋਂ ਅਸੀਂ ਤੁਹਾਨੂੰ ਸੁਨੇਹਾ ਭੇਜਾਂਗੇ, ਉਦੋਂ ਤੁਸੀਂ ਪਟਨੇ ਤੋਂ ਚੱਲਣਾ ਹੈ।
ਤੇ ਫਿਰ ਤੁਸੀਂ ਆਨੰਦਪੁਰ ਸਾਹਿਬ ਦੇ ਵਿੱਚ ਆਉਣਾ ਹੈ। ਇਤਨੇ ਮੈਂ ਇਹ ਸਾਹਿਬਜ਼ਾਦਾ ਇੰਨੇ ਚਿਰ ਨੂੰ ਕੁਝ ਸਮੇਂ ਤੱਕ ਇਹ ਜੋ ਸਾਡਾ ਸਾਹਿਬਜ਼ਾਦਾ ਹੈ, ਸਾਡਾ ਸੁਪੁੱਤਰ ਸ੍ਰੀ ਗੋਬਿੰਦ ਰਾਏ ਜੀ ਹਨ, ਉਹਦਾ ਸਰੀਰ ਓਜ ਹੋਏ ਜ਼ਿਆਦਾ, ਤੇ ਇਹਨਾਂ ਦਾ ਸਰੀਰ ਥੋੜਾ ਹੋਰ ਵੱਡਾ ਹੋ ਜਾਏਗਾ। ਲੰਮਾ ਸਫ਼ਰ ਹੈ, ਬੱਚੇ ਦੀ ਉਮਰਾਂ ਵੀ ਛੋਟੀ ਹੈ। ਐਸੇ ਵੇਲੇ ਇਸ ਨੂੰ ਇੰਨੇ ਲੰਮੇ ਸਫ਼ਰ ਤੇ ਲੈ ਕੇ ਜਾਣਾ ਔਖਾ ਹੈ। ਤੁਸੀਂ ਕੁਝ ਸਮਾਂ, ਕੁਝ ਸਾਲ ਇੱਥੇ ਰਹੋ, ਉਹਨੇ ਚਿਰ ਨੂੰ ਇਹਨਾਂ ਦਾ ਸਰੀਰ ਵੀ ਤਕੜਾ ਹੋ ਜਾਏਗਾ, ਤੇ ਫਿਰ ਤੁਸੀਂ ਜੋ ਹੈ ਪੰਜਾਬ ਦੇ ਵਿੱਚ ਆਉਣਾ ਕਰਿਓ। ਤਬ ਲੈ ਕਰ ਨਿਜ ਸੰਗ ਸੁਖਾਰੇ, ਅਤੇ ਫਿਰ ਆਪਣੇ ਨਾਲ ਸੌਖੇ ਤਰੀਕੇ ਦੇ ਨਾਲ ਇਸ ਬੱਚੇ ਨੂੰ, ਸਾਹਿਬਜ਼ਾਦੇ ਨੂੰ ਨਾਲ ਲੈ ਕੇ ਉਤਕੋ ਆਵੋ ਬਿਲਮ ਵਿਸਾਰੇ, ਅਤੇ ਫਿਰ ਸਾਡੇ ਕੋਲ ਆਇਓ। ਫਿਰ ਚਿਰ ਵੀ ਨਹੀਂ ਲੱਗੇਗਾ, ਟਾਈਮ ਵੀ ਬਹੁਤਾ ਨਹੀਂ ਲੱਗੇਗਾ, ਛੇਤੀ ਦੇ ਨਾਲ ਤੁਸੀਂ ਪਟਨੇ ਤੋਂ ਚੱਲ ਕੇ ਆਨੰਦਪੁਰ ਸਾਹਿਬ ਪਹੁੰਚ ਸਕਦੇ ਇਸੀ ਹੋ। ਹੇਤ ਹਮ ਕਰੈ ਪਿਆਨ, ਇਸੇ ਵਾਸਤੇ ਅਸੀਂ ਹੁਣ ਜਾਣਾ ਚਾਹੁੰਦੇ ਹਾਂ। ਮਾਤਾ ਜੀ ਜਾਣ ਦਾ ਕਾਰਨ ਹੈ, ਤਾਂ ਅਸੀਂ ਜਾਣਾ ਚਾਹੁੰਦੇ ਹਾਂ। ਲਗ ਗੁਰ ਸੰਗ ਵਸੋਨੇ ਜਥਾਨਾ, ਤੇ ਇਹ ਛੋਟੇ ਗੁਰੂ ਸਾਹਿਬ ਦੇ ਨਾਲ, ਛੋਟੇ ਗੁਰੂ ਤੋਂ ਭਾਵ ਹੈ ਜਿਹੜੇ ਸਰੀਰ ਕਰਕੇ ਛੋਟੇ ਨੇ, ਧੰਨ ਗੋਬਿੰਦ ਰਾਏ ਸਾਹਿਬ ਜੀ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਗੁਰੂ ਬਣਨਾ ਹੈ, ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ ਹੈ। ਐਸੇ ਗੁਰੂ ਦੇ ਨਾਲ ਤੁਸੀਂ ਇੱਥੇ ਪਟਨਾ ਸਾਹਿਬ ਦੀ ਧਰਤੀ ਤੇ ਰਹਿਣਾ ਕਰੋ। ਕਹਿ ਉਤਮਾਤ ਅਦਕ ਵਿਖੇਰੇ, ਤੇ ਮਾਤਾ ਜੀ ਉਸ ਵੇਲੇ ਕਹਿਣ ਲੱਗੇ, ਜਦੋਂ ਸੁਣਿਆ ਨਾ ਬਚਨ, ਤੇ ਸੁਣ ਕੇ ਮਾਤਾ ਜੀ ਕਹਿਣ ਲੱਗੇ, ਪੁੱਤਰ ਉਧਰ ਤੇ ਬੜੇ ਝਗੜੇ ਹਨ, ਅਲਪ ਵੈਸ ਮੈਂ ਤੁਮ ਜਬ ਹੇਰੇ, ਅਤੇ ਅਲਪ ਬੈਸ, ਤੁਹਾਡੀ ਉਮਰਾ ਛੋਟੀ ਸੀ ਤੇ ਮੈਂ ਜਦੋਂ ਤੁਹਾਨੂੰ ਵੇਖਿਆ ਹੈ। ਅਨਕ ਭਾਂਤ ਉਤਪਾਤ ਵਿਸਾਲੇ, ਅਤੇ ਸ਼ੁਰੂ ਤੋਂ ਹੀ ਗੁਰੂ ਘਰ ਦੇ ਵਿੱਚ ਕਈ ਤਰ੍ਹਾਂ ਦੇ ਝਗੜੇ। ਮਾਤਾ ਨਾਨਕੀ ਜੀ ਕਹਿ ਰਹੇ, ਕਹਿੰਦੇ ਪੁੱਤਰ ਜਦੋਂ ਤੁਸੀਂ ਛੋਟੇ ਸੀ ਨਾ, ਤੇ ਉਦੋਂ ਤੁਹਾਡੇ ਦਾਦਾ ਸਤਿਗੁਰੂ ਨੇ ਮੁਗਲਾਂ ਦੇ ਨਾਲ ਜੰਗ ਕੀਤਾ ਤੇ ਸਾਨੂੰ ਅੰਮ੍ਰਿਤਸਰ ਸ਼ਹਿਰ ਛੱਡਣਾ ਪਿਆ। ਜਦੋਂ ਅਸੀਂ ਸ਼ਹਿਰ ਛੱਡਿਆ, ਫਿਰ ਕਈਆਂ ਪਿੰਡਾਂ, ਕਈਆਂ ਥਾਵਾਂ ਤੇ ਅਸੀਂ ਵਿਚਰੇ ਤੇ ਰਹੇ, ਅਤੇ ਉਸ ਤੋਂ ਮਗਰੋਂ ਫਿਰ ਕਈ ਤਰ੍ਹਾਂ ਦੇ ਝਗੜੇ ਤੇ ਕਲੇਸ਼ ਬਣਦੇ ਰਹੇ। ਇਸ ਕਰਕੇ ਪੰਜਾਬ ਦੇ ਵਿੱਚ ਇਸ ਵੇਲੇ ਬਹੁਤਾ ਬਖੇੜਾ ਬਣਿਆ ਹੋਇਆ ਹੈ। ਸੋਢੀ ਕਰਾਂ ਸ਼ਰੀਕਾ ਨਾਲੇ, ਤੇ ਜਿਹੜੇ ਸੋਢੀ ਨੇ ਆਪਣੀ ਕੁਲ ਦੇ, ਆਪਣੇ ਸ਼ਰੀਕੇ ਵਾਲੇ, ਚਾਚੇ ਤਾਇਆਂ ਦੇ ਪੁੱਤਰ, ਉਹ ਸਾਰੇ ਆਪਣੇ ਨਾਲ ਸ਼ਰੀਕਾ ਕਰਦੇ ਨੇ। ਸਾਰਿਆਂ ਦੇ ਵਿੱਚੋਂ ਵੱਧ ਸ਼ਰੀਕਾ ਕਰਨ ਵਾਲਾ ਧੀਰਮਲ ਹੈ। ਧੀਰਮਲ ਹੈ ਗੁਰੂ ਪਰਿਵਾਰ ਦੇ ਵਿੱਚੋਂ ਹੀ ਹੈ। ਬਾਬਾ ਗੁਰਦਿੱਤਾ ਸਾਹਿਬ ਜੀਆਂ ਦੇ 2 ਪੁੱਤਰ ਸਨ, ਤੇ ਵੱਡਾ ਧੀਰਮਲ ਹੈ ਗੁਰੂ ਪਰਿਵਾਰ ਵਿੱਚੋਂ ਹੀ ਹੈ, ਪਰ ਗੁਰੂ ਘਰ ਦੇ ਨਾਲ ਸ਼ਰੀਕਾ ਬਹੁਤਾ ਕਰਦਾ ਹੈ। ਏਕ ਸਮਾਜ ਜਵਲਤ ਬਹੁਤ ਕਿਉਂਕਿ ਛਾਤੀ, ਉਹ ਜਿਹੜਾ ਸ਼ਰੀਕਾ ਹੈ ਨਾ, ਜਦੋਂ ਆਪਣੇ ਘਰੇ ਸੰਗਤਾਂ ਆਉਂਦੀਆਂ ਨੇ, ਧਨ ਆਉਂਦਾ, ਧਨ ਵੇਖ ਕੇ, ਸੰਗਤਾਂ ਵੇਖ ਕੇ ਲੋਕਾਂ ਨੂੰ ਸਹਿਆ ਨਹੀਂ ਜਾਂਦਾ, ਝੱਲਿਆ ਨਹੀਂ ਜਾਂਦਾ, ਲੋਕਾਂ ਦੀ ਛਾਤੀ ਸੜ ਜਾਂਦੀ ਹੈ। ਬਨੈ ਦੁਖ ਦਾ ਜਮ ਦੀਹ ਅਰਾਤੀ, ਅਤੇ ਫਿਰ ਜਿਵੇਂ ਕੋਈ ਵੱਡਾ ਭਾਰੀ ਵੈਰੀ ਹੋਵੇ, ਇਸ ਤਰ੍ਹਾਂ ਵੈਰੀ ਬਣ ਕੇ ਸਾਡਾ ਸ਼ਰੀਕਾ, ਸਾਡੇ ਪਰਿਵਾਰ ਦੇ ਮੈਂਬਰ ਹੀ ਸਾਨੂੰ ਸੁੱਖ ਦੁੱਖ ਦਿੰਦੇ ਨੇ। ਇਹ ਮਾਤਾ ਨਾਨਕੀ ਜੀ ਆਪਣੇ ਪੁੱਤਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਐਸੇ ਬਚਨ ਕਰਦੇ ਹਨ। ਜਬ ਕੇ ਇਤ ਦਿਸ਼ ਕੋ ਚਲਿਆ, ਤੇ ਜਦੋਂ ਦੇ ਆਪਾਂ ਇੱਥੇ ਆਏ ਆ, ਪੰਜਾਬ ਛੱਡ ਕੇ ਜਦੋਂ ਦੇ ਆਪਾਂ ਪਟਨਾ ਸਾਹਿਬ ਤੇ ਆਏ ਆ, ਜਿੰਨੇ ਸਾਲ ਆਪਾਂ ਨੂੰ ਇੱਥੇ ਬਤੀਤ ਹੋ ਗਏ ਹਨ, ਬਿਨ ਉਤਪਾਤ ਬਹੁਤ ਸੁਖ ਪਾਏ, ਇੱਥੇ ਆਪਾਂ ਬੜਾ ਸੁਖ ਪਾਇਆ। ਮਾਤਾ ਜੀ ਨਹੀਂ ਚਾਹੁੰਦੇ ਵੀ ਪਟਨੇ ਨੂੰ ਛੱਡ ਕੇ ਪੰਜਾਬ ਚੱਲੀਏ, ਕਿਉਂਕਿ ਪੰਜਾਬ ਦੇ ਵਿੱਚ ਸ਼ਰੀਕਾ ਰਹਿੰਦਾ, ਭਾਈਚਾਰਾ ਰਹਿੰਦਾ। ਉਹ ਕਿਸੇ ਨਾ ਕਿਸੇ ਗੱਲ ਦੇ ਉੱਪਰ ਕੋਈ ਨਾ ਕੋਈ ਉਹ ਸ਼ਰੀਕੇਬਾਜ਼ੀ ਕਰਦੇ ਹੀ ਰਹਿੰਦੇ ਨੇ, ਕੋਈ ਨਾ ਕੋਈ ਦੁੱਖ ਦਿੰਦੇ ਹੀ ਰਹਿੰਦੇ। ਇਸ ਕਰਕੇ ਮਾਤਾ ਜੀ ਕਹਿ ਰਹੇ ਨੇ, ਕਹਿਣ ਲੱਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਦੋਂ ਦੇ ਆਪਾਂ ਆਏ ਆ ਨਾ ਪਟਨਾ ਸਾਹਿਬ ਦੇ ਵਿੱਚ, ਇੱਥੇ ਕੋਈ ਆਪਾਂ ਨੂੰ ਕਿਸੇ ਨੇ ਦੁੱਖ ਨਹੀਂ ਦਿੱਤਾ, ਕੋਈ ਵਿਘਨ ਨਹੀਂ ਪਿਆ, ਬੜੀ ਮੌਜ ਦੇ ਨਾਲ ਇੱਥੇ ਆਪਾਂ ਰਹਿੰਦੇ ਹਾਂ। ਕਹਾਂ ਗ੍ਰਾਮ ਅਰ ਨਗਰ ਵਸਾਵਨ, ਅਤੇ ਮਹਾਰਾਜ ਜੀ ਕਹਿਣ ਲੱਗੇ ਕਹਾਂ ਗ੍ਰਾਮ। ਹੁਣ ਸਤਿਗੁਰਾਂ ਨੇ ਆਖਿਆ ਸੀ ਨਾ ਵੀ ਅਸੀਂ ਆਨੰਦਪੁਰ ਸਾਹਿਬ ਨੂੰ ਥੋੜ੍ਹਾ ਜਿਹਾ ਵਸਾ ਕੇ ਆਏ ਹਾਂ, ਹਾਲੇ ਹੋਰ ਉਸ ਨੂੰ ਵਸਾਉਣਾ ਹੈ, ਹੋਰ ਉੱਥੇ ਘਰਾਂ ਨੂੰ ਲਿਆ ਕੇ ਬਿਠਾਉਣਾ ਹੈ, ਰਹਿੰਦੇ ਕੰਮ ਹਾਲੇ ਹੋਰ ਕਰਨੇ। ਮਾਤਾ ਜੀ ਉਸ ਗੱਲ ਦਾ ਜਵਾਬ ਦਿੰਦੇ, ਕਹਿਣ ਲੱਗੇ ਪੁੱਤਰ ਕਿੱਥੇ ਰਹਿਣਾ ਤੇ ਕਾਹਦੇ ਪਿੰਡ ਵਸਾਉਣੇ ਹਨ, ਕਰੋ ਕਹਾਂ ਤਿਨ ਤੇ ਕੁਛ ਪਾਵਨ, ਤੇ ਉਥੋਂ ਆਪਾਂ ਨੂੰ ਕੀ ਲੈਣਾ ਹੈ। ਮਾਤਾ ਜੀ ਕਹਿੰਦੇ ਆਪਾਂ ਕੀ ਲੈਣਾ ਆਨੰਦਪੁਰ ਤੋਂ। ਤੁਸੀਂ ਆਖਦੇ ਹੋ ਵੀ ਆਨੰਦਪੁਰ ਸਾਹਿਬ ਦੇ ਹਾਲੇ ਘਰ ਥੋੜ੍ਹੇ ਬਣੇ, ਹੋਰ ਬਣਾਉਣੇ ਨੇ, ਹਾਲੇ ਸੰਗਤਾਂ ਥੋੜ੍ਹੀਆਂ ਰਹਿੰਦੀਆਂ, ਹੋਰ ਸੰਗਤਾਂ ਵਸਾਉਣੀਆਂ ਨੇ। ਤੇ ਮਾਤਾ ਜੀ ਕਹਿੰਦੇ ਪੁੱਤਰ ਆਪਾਂ ਕੀ ਲੈਣਾ ਆਨੰਦਪੁਰ ਤੋਂ, ਭਾਵੇਂ ਬਣਾਈਏ ਤੇ ਭਾਵੇਂ ਨਾ ਬਣਾਈਏ, ਭਾਵੇਂ ਵੱਡਾ ਹੋਵੇ ਤੇ ਭਾਵੇਂ ਨਾ ਹੋਵੇ, ਆਪਾਂ ਨੂੰ ਉਸ ਆਨੰਦਪੁਰ ਨੇ ਕੀ ਦੇਣਾ ਹੈ। ਕਿਉਂ ਤੁਸੀਂ ਕਹਿੰਦੇ ਹੋ ਵੀ ਅਸੀਂ ਉਸ ਨੂੰ ਵਸਾਉਣਾ, ਉਹਦੇ ਕੰਮ ਕਰਨੇ ਹਨ। ਗਮਨ ਕਰੋ ਨ ਮਸਲਤ ਮੋਰੀ, ਸੋ ਇਸ ਕਰਕੇ ਬਚਨ ਇਹ ਹੈ ਵੀ ਗਮਨ ਕਰੋ ਨਹਿ। ਮੇਰੀ ਸਲਾਹ ਇਹ ਹੈ, ਮੈਂ ਤੁਹਾਡੀ ਮਾਤਾ ਹਾਂ, ਮੇਰੀ ਸਲਾਹ ਇਹ ਹੈ ਤੁਹਾਨੂੰ ਵੀ ਤੁਸੀਂ ਪਟਨੇ ਤੋਂ ਜਾਓ ਹੀ ਨਾ, ਆਪਾਂ ਇੱਥੇ ਹੀ ਰਹੀਏ ਪਟਨੇ ਦੇ ਵਿੱਚ, ਨਹੀਂ ਜਾਣਾ ਆਪਾਂ ਪੰਜਾਬ, ਉੱਥੇ ਜਾਣ ਦਾ ਕੋਈ ਲਾਭ ਨਹੀਂ ਹੈ। ਬਸਨ ਭਲੋ ਪੂਰਬ ਦਿਸ਼ ਔਰੀ, ਇੱਥੇ ਹੀ ਆਪਾਂ ਨੂੰ ਵਸਣਾ ਠੀਕ ਹੈ। ਪਟਨਾ ਸਾਹਿਬ ਦੇ ਵਿੱਚ ਸੰਗਤਾਂ ਸਤਿਕਾਰ ਵੀ ਕਰਦੀਆਂ, ਮਾਣ ਵੀ ਕਰਦੀਆਂ, ਪਿਆਰ ਵੀ ਕਰਦੀਆਂ, ਇਸ ਕਰਕੇ ਇੱਥੇ ਰਹਿਣਾ ਬੜਾ ਚੰਗਾ ਹੈ।
ਇੱਥੋਂ ਛੱਡ ਕੇ ਜਾਣਾ ਕੋਈ ਬਹੁਤਾ ਚੰਗਾ ਨਹੀਂ ਹੈ। ਸੁਨ ਸਤਿਗੁਰ ਮਾਤਾ ਸਮਝਾਈ। ਉਸ ਵੇਲੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੁਣੇ ਨਾ ਬਚਨ, ਤੇ ਫਿਰ ਆਪਣੀ ਮਾਤਾ ਨੂੰ ਨਾਨਕੀ ਜੀਆਂ ਨੂੰ ਸਮਝਾਉਣ ਲੱਗੇ ਹਨ। ਉਤੇ ਪਿਤਾ ਸਮਰੱਥ ਗੁਸਾਈ। ਉਸ ਵੇਲੇ ਕਹਿਣ ਲੱਗੇ, ਕਹਿੰਦੇ ਮਾਤਾ ਜੀ ਹੁਣ ਸੁਣੋ, ਤੁਸੀਂ ਆਖਦੇ ਹੋ ਨਾ ਵੀ ਸਾਡੇ ਘਰ ਵਿੱਚ ਝਗੜੇ ਪੈ ਰਹੇ, ਸ਼ਰੀਕੇ ਨੇ ਬੜਾ ਦੁੱਖ ਦਿੱਤਾ, ਉਹਦੇ ਕਾਰਨ ਕੀ ਨੇ ਉਹ ਤੁਹਾਨੂੰ ਦੱਸਦੇ ਆ। ਸਾਡੇ ਪਿਤਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਮਰੱਥ ਸਨ, ਜੋ ਚਾਹੁੰਦੇ ਉਹ ਕਰ ਸਕਦੇ ਸਨ। ਸਾਡੇ ਪਿਤਾ ਜੀ ਸਮਰੱਥ ਨੇ, ਸਾਡੇ ਮਨ ਵਿੱਚ ਇਹ ਨਹੀਂ ਕਦੇ ਆਉਂਦਾ ਵੀ ਉਹ ਸਮਰੱਥ ਨਹੀਂ ਜਾਂ ਉਹ ਕਰ ਨਹੀਂ ਸਨ ਸਕਦੇ। ਜਿੱਥੇ ਉਹ ਸਾਡੇ ਪਿਤਾ ਸਨ ਉੱਥੇ ਨਾਲ ਨਾਲ ਪਿਤਾ ਦੇ ਉਹ ਗੁਰੂ ਵੀ ਸਨ। ਅਸੀਂ ਸਮਝਦੇ ਹਾਂ, ਅਸੀਂ ਮਨ ਵਿੱਚ ਜਾਣਦੇ ਹਾਂ ਵੀ ਉਹ ਸਮਰੱਥ ਸਨ, ਜੋ ਚਾਹੁੰਦੇ ਕਰ ਸਕਦੇ ਹਨ। ਤੁਰਕੇਸ਼ਕ ਕੇ ਸੰਗ ਬਖੇਰਾ। ਇਹ ਜਿਹੜੇ ਤੁਰਕ ਰਾਜੇ ਨੇ, ਜਿਹੜੇ ਮੁਗਲ ਰਾਜੇ ਨੇ, ਦਿੱਲੀ ਦੇ ਤਖਤ ਉੱਪਰ ਬਹਿੰਦੇ ਨੇ, ਗੁਰੂ ਘਰ ਨਾਲ ਜਿਹੜਾ ਝਗੜਾ ਕਰਦੇ ਹਨ। ਰਹਿਓ ਸਦੀਵ ਜੰਗ ਕੋ ਚੇਰਾ। ਇਹ ਤੇ ਸਦਾ ਹੀ ਝਗੜਾ ਰਿਹਾ, ਇਹਨਾਂ ਨੇ ਕਦੇ ਵੀ ਕੋਈ ਚੰਗਾ ਕਰਮ ਥੋੜੀ ਕੀਤਾ। ਹੁਣ ਗੁਰੂ ਨਾਨਕ ਸਾਹਿਬ ਦਾ ਬਾਬਰ ਦੇ ਨਾਲ ਕੀ ਵੈਰ ਸੀ, ਪਰ ਜਦੋਂ ਬਾਬਰ ਨੇ ਏਮਨਾਬਾਦ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ, ਬਿਨਾਂ ਕਿਸੇ ਕਾਰਨ ਤੋਂ ਗੁਰੂ ਨਾਨਕ ਸਾਹਿਬ ਨੂੰ ਵੀ ਗ੍ਰਿਫਤਾਰ ਕਰ ਲਿਆ, ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਹਰੇਕ ਕੈਦੀ ਨੂੰ ਚੱਕੀਆਂ ਦੇ ਦਿੱਤੀਆਂ, ਕਣਕ ਦੇ ਦਿੱਤੀ, ਆਟਾ ਪੀਸੋ ਇੱਥੇ ਬੈਠ ਕੇ। ਗੁਰੂ ਨਾਨਕ ਸਾਹਿਬ ਦੇ ਅੱਗੇ ਵੀ ਲਿਆ ਕੇ ਚੱਕੀ ਰੱਖੀ ਸਿਪਾਹੀਆਂ, ਤੇ ਗੁਰੂ ਨਾਨਕ ਸਾਹਿਬ ਦੀ ਚੱਕੀ ਜਦੋਂ ਮਹਾਰਾਜ ਨੇ ਆਖਿਆ ਨਾ ਸਤ ਕਰਤਾਰ, ਆਪਣੇ ਆਪ ਹੀ ਚੱਕੀ ਚੱਲਦੀ ਪਈ। ਤੇ ਜਦੋਂ ਵੇਖਿਆ ਉਹ ਜੇਲਰ ਨੇ ਵੇਖਿਆ ਵੀ ਇਹਨਾਂ ਦੀ ਚੱਕੀ, ਆਹ ਜਿਹੜਾ ਕੈਦੀ ਬੈਠਾ ਇਹਦੀ ਚੱਕੀ ਆਪੇ ਹੀ ਚੱਲਦੀ ਪਈ ਹੈ, ਉਹਨੇ ਫਿਰ ਜਾ ਕੇ ਬਾਬਰ ਨੂੰ ਦੱਸਿਆ, ਕਹਿਣ ਲੱਗਾ ਜੀ ਇੱਕ ਕੈਦੀ ਇਹੋ ਜਿਹਾ ਸਾਧੂ ਆਪਾਂ ਫੜ ਲਿਆ ਜਿਹਦੀ ਚੱਕੀ ਬਿਨਾਂ ਹੱਥ ਲਾਇਆਂ ਚੱਲਦੀ ਪਈ ਹੈ। ਜਦੋਂ ਬਾਬਰ ਨੇ ਬਚਨ ਸੁਣਿਆ ਤੇ ਉਸ ਵੇਲੇ ਫਿਰ ਸਤਿਗੁਰਾਂ ਦੀ ਸ਼ਰਨ ਪੈ ਗਿਆ, ਜਾਣ ਲਿਆ ਉਹਨੇ ਵੀ ਇਹ ਕਰਾਮਾਤੀ ਨੇ। ਫਿਰ ਮਹਾਰਾਜ ਦੇ ਕੋਲੋਂ ਰਾਜ ਮੰਗਣ ਲੱਗਾ। ਭਾਵ ਇਹ ਹੈ ਵੀ ਗੁਰੂ ਨਾਨਕ ਸਾਹਿਬ ਦਾ ਬਾਬਰ ਦੇ ਨਾਲ ਕੋਈ ਵੈਰ ਨਹੀਂ, ਕੋਈ ਲੈਣਾ ਦੇਣਾ ਨਹੀਂ, ਫਿਰ ਵੀ ਉਹਨੇ ਗੁਰੂ ਨਾਨਕ ਸਾਹਿਬ ਨੂੰ ਕੈਦ ਕੀਤਾ ਆਮ ਲੋਕਾਂ ਦੇ ਵਾਂਗ। ਤੇ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜਦੋਂ ਤਖਤ ਤੇ ਬੈਠੇ ਖਡੂਰ ਸਾਹਿਬ ਦੀ ਧਰਤੀ ਤੇ, ਇਹਨਾਂ ਦੇ ਕੋਲ ਬਾਦਸ਼ਾਹ ਹਿਮਾਯੂ ਆਇਆ। ਸਤਿਗੁਰੂ ਨਹੀਂ ਚੱਲ ਕੇ ਗਏ ਉਹਦੇ ਕੋਲ, ਆਪ ਆਇਆ ਹਿਮਾਯੂ। ਜਦੋਂ ਵੇਖਿਆ ਵੀ ਮਹਾਰਾਜ ਮੇਰੇ ਵੱਲ ਧਿਆਨ ਨਹੀਂ ਦਿੰਦੇ, ਤੇ ਬਿਨਾਂ ਕਿਸੇ ਕਾਰਨ ਤੋਂ ਤਲਵਾਰ ਕੱਢ ਕੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀਆਂ ਦਾ ਸਿਰ ਲਾਉਣਾ ਚਾਹੁੰਦਾ, ਸੀਸ ਲਾਉਣਾ ਚਾਹੁੰਦਾ, ਮਾਰਨਾ ਚਾਹੁੰਦਾ। ਕਾਰਨ ਕੀ ਹੈ ਵੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਮੈਨੂੰ ਇਹਨਾਂ ਨੇ ਵੇਖ ਕੇ ਉੱਠੇ ਕਿਉਂ ਨਹੀਂ, ਮੇਰੇ ਵਾਸਤੇ ਮੇਰਾ ਮਾਣ ਸਨਮਾਨ ਕਿਉਂ ਨਹੀਂ ਕੀਤਾ। ਸਿਆਣੇ ਕਹਿੰਦੇ ਨੇ ਰੱਸੀ ਭਾਵੇਂ ਸੜ ਜਾਵੇ ਪਰ ਉਹਦਾ ਸੜੀ ਹੋਈ ਰੱਸੀ ਦਾ ਵੱਟ ਵੀ ਨਹੀਂ ਜਾਂਦਾ, ਉਸੇ ਤਰ੍ਹਾਂ ਵੱਟ ਬਣਿਆ ਹੀ ਰਹਿੰਦਾ। ਭਾਵੇਂ ਅੱਜ ਹਿਮਾਯੂ ਦੇ ਕੋਲ ਦਿੱਲੀ ਦਾ ਤਖਤ ਨਹੀਂ ਹੈ, ਹਾਰ ਕੇ ਭੱਜਿਆ ਜੰਗ ਮੈਦਾਨ ਵਿੱਚੋਂ, ਪਰ ਹਾਲੇ ਵੀ ਆਪਣੇ ਆਪ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਹੀ ਸਮਝਦਾ। ਹੁਣ ਗੁਰੂ ਅੰਗਦ ਸਾਹਿਬ ਨੇ ਕੀ ਵਿਗਾੜਿਆ ਹਿਮਾਯੂ ਦਾ, ਜਿਹੜਾ ਮਹਾਰਾਜ ਦੇ ਵਾਸਤੇ ਤਲਵਾਰ ਕੱਢ ਕੇ ਤੇ ਮਾਰਨਾ ਚਾਹੁੰਦਾ। ਇਹ ਤੇ ਸਤਿਗੁਰੂ ਸਮਰੱਥ ਸਨ ਵੀ ਉਹ ਤਲਵਾਰ ਕੱਢ ਨਹੀਂ ਸਕਿਆ, ਪਰ ਘਾਟ ਉਹਨੇ ਕੋਈ ਨਹੀਂ ਕੀਤੀ ਹੈ। ਇਹ ਦੋ ਉਦਾਹਰਨਾਂ ਸਾਡੇ ਕੋਲ ਐਸੀਆਂ ਨੇ। ਆਪਾਂ ਆਖਦੇ ਹਾਂ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜੰਗ ਕੀਤੇ ਤੇ ਤਾਂ ਸਾਡਾ ਮੁਗਲਾਂ ਦੇ ਨਾਲ ਵੈਰ ਪਿਆ, ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਕੀਤੇ ਤੇ ਤਾਂ ਮੁਗਲਾਂ ਦੇ ਨਾਲ ਵੈਰ ਪਿਆ। ਹੁਣ ਗੁਰੂ ਨਾਨਕ ਸਾਹਿਬ ਨੇ ਕਿਹੜਾ ਜੰਗ ਕੀਤਾ ਸੀ ਜਿਹੜਾ ਬਾਦਸ਼ਾਹ ਕਹਿੰਦਾ ਹੈ ਬਾਬਰ ਵੀ ਇਹਨਾਂ ਨੂੰ ਜੇਲ੍ਹ ਵਿੱਚ ਬੰਨ੍ਹ ਕੇ ਰੱਖੋ? ਗੁਰੂ ਅੰਗਦ ਸਾਹਿਬ ਨੇ ਕਿਹੜਾ ਜੰਗ ਕੀਤਾ ਜਾਂ ਕੀ ਉਹਨਾਂ ਦਾ ਮਾੜਾ ਕੀਤਾ ਵੀ ਜਿਹੜਾ ਬਾਦਸ਼ਾਹ ਹਿਮਾਯੂ ਤਲਵਾਰ ਕੱਢ ਕੇ ਉਹਨਾਂ ਨੂੰ ਮਾਰਨਾ ਚਾਹੁੰਦਾ? ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹੋ ਗੱਲ ਇੱਥੇ ਕਰਦੇ ਪਏ, ਕਹਿਣ ਲੱਗੇ ਮਾਤਾ ਜੀ ਮੁਗਲਾਂ ਦੇ ਨਾਲ ਤੇ ਗੁਰੂ ਘਰ ਦਾ ਸ਼ੁਰੂ ਤੋਂ ਹੀ ਇਹ ਝਗੜਾ ਬਣਿਆ ਹੀ ਰਿਹਾ ਬਿਨਾਂ ਕਿਸੇ ਕਾਰਨ ਤੋਂ। ਇਹ ਨਹੀਂ ਵੀ ਸਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ 4 ਜੰਗ ਕੀਤੇ ਤੇ ਤਾਂ ਵੈਰ ਪਿਆ। ਇਹਨਾਂ ਦਾ ਵੈਰ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਪੈ ਗਿਆ ਸੀ, ਇਹਨਾਂ ਦਾ ਵੈਰ ਤੇ ਗੁਰੂ ਅੰਗਦ ਸਾਹਿਬ ਦੇ ਨਾਲ ਵੀ ਬਣਿਆ ਹੈ। ਹਮ ਕਿਸਕੇ ਸੰਗ ਦ્વੈਸ਼ ਨ ਧਰੈ। ਅਸੀਂ ਨਹੀਂ ਕਿਸੇ ਨਾਲ ਈਰਖਾ ਕਰਦੇ, ਨਾ ਸਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਸੇ ਨਾਲ ਈਰਖਾ ਕੀਤੀ ਹੈ, ਨਾ ਅਸੀਂ ਕਿਸੇ ਨਾਲ ਈਰਖਾ ਕਰਦੇ ਹਾਂ। ਅਸੀਂ ਤੇ ਕਰਦੇ ਹਾਂ ਸਾਰਿਆਂ ਨਾਲ ਪਿਆਰ। ਪਰ ਹੁਣ ਜੇ ਕੋਈ ਜਾਣ ਬੁੱਝ ਕੇ ਵੈਰ ਕਰੀ ਜਾਵੇ, ਈਰਖਾ ਕਰੀ ਜਾਵੇ, ਤੇ ਫਿਰ ਕੀ ਹੋ ਸਕਦਾ ਹੈ? ਮਤਸਰ ਬੈਰ ਅਪਰ ਕੋ ਕਰੈ। ਤੇ ਲੋਕ ਸਾਡੇ ਨਾਲ ਈਰਖਾ ਵੀ ਕਰਦੇ ਤੇ ਵੈਰ ਵੀ ਕਰਦੇ, ਜਿਹੜਾ ਕਰਦਾ ਕਰ ਲੈਣ ਦਿਓ। ਤੈ ਪਹੁੰਚੇ ਬਿਨ ਸਰੈ ਨਾ ਕਾਜੂ। ਪਰ ਮਾਤਾ ਜੀ ਗੱਲ ਇਹ ਹੈ, ਜਿੰਨਾ ਚਿਰ ਅਸੀਂ ਪੰਜਾਬ ਨਹੀਂ ਨਾ ਜਾਂਦੇ ਉਹਨਾਂ ਚਿਰ ਜਿਹੜੇ ਅਸੀਂ ਕੰਮ ਕਰਨੇ ਨੇ ਉਹ ਹੋਣੇ ਨਹੀਂ ਸਾਡੇ ਜਾਣ ਤੋਂ ਬਿਨਾਂ। ਸਾਡਾ ਜਾਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਨਹੀਂ ਜਾਵਾਂਗੇ, ਜਿਹੜੇ ਕੰਮ ਅਸੀਂ ਪੰਜਾਬ ਜਾ ਕੇ ਕਰਨੇ ਮਾਤਾ ਜੀ ਹੋਣਗੇ ਨਹੀਂ। ਇਸ ਕਰਕੇ ਸਾਡਾ ਜਾਣਾ ਬਹੁਤ ਜ਼ਰੂਰੀ ਹੈ। ਆਪਣੋ ਬੰਸ ਵਿਸਾਲ ਸਮਾਜੂ। ਕਿਉਂਕਿ ਆਪਣੀ ਬੰਸ ਉੱਥੇ ਰਹਿੰਦੀ ਹੈ, ਖਾਨਦਾਨ ਉੱਥੇ ਰਹਿੰਦਾ, ਪਰਿਵਾਰ ਉੱਥੇ ਰਹਿੰਦਾ।
ਸਾਰੇ ਚਾਚੇ ਤਾਏ ਨਾਨਕੇ ਦਾਦਕੇ ਜੋ ਵੀ ਭੈਣਾਂ ਭਰਾ ਸਾਡੇ ਰਿਸ਼ਤੇਦਾਰ ਨੇ ਸਾਰੇ ਉੱਥੇ ਰਹਿੰਦੇ ਨੇ ਪੰਜਾਬ ਦੇ ਵਿੱਚ। ਅਸੀਂ ਉਹਨਾਂ ਨੂੰ ਵੀ ਜਾ ਕੇ ਮਿਲਣਾ, ਉੱਥੇ ਜਾ ਕੇ ਕਈ ਕੰਮ ਕਰਨੇ ਹਨ। ਤੈਨ ਮੈਂ ਇਹ ਪ੍ਰਕਾਸ਼ ਕੋ ਧਰੈ। ਸੋ ਕਹਿਣ ਲੱਗੇ ਵੀ ਇਹ ਜਿਨ੍ਹਾਂ ਨੂੰ ਤੁਸੀਂ ਆਖਦੇ ਹੋ ਨਾ ਵੀ ਸਾਡਾ ਪੋਤਰਾ ਬੜਾ ਛੋਟੀ ਉਮਰ ਦਾ, ਸਾਡਾ ਸ਼ਰੀਕਾ ਇਹਨਾਂ ਨਾਲ ਵੈਰ ਕਰੇਗਾ, ਤੁਸੀਂ ਫਿਕਰ ਨਾ ਕਰੋ। ਇਹ ਉਹਨਾਂ ਸਾਰਿਆਂ ਦੇ ਵਿੱਚ ਵੱਧ ਤੇਜ ਪ੍ਰਤਾਪੀ ਹੋਣਗੇ। ਸਾਰੇ ਇਹਨਾਂ ਦੇ ਅੱਗੇ ਆ ਕੇ ਝੁਕਣਗੇ, ਸਾਰੇ ਇਹਨਾਂ ਨੂੰ ਹੀ ਨਮਸਕਾਰ ਕਰਨਗੇ, ਇਹਨਾਂ ਨੂੰ ਹੀ ਮੰਨਣਗੇ। ਤੁਸੀਂ ਫਿਕਰ ਨਾ ਕਰੋ, ਗੋਬਿੰਦ ਰਾਏ ਜੀਆਂ ਦਾ ਕੋਈ ਵਾਲ ਨਹੀਂ ਵਿੰਗਾ ਕਰ ਸਕੇਗਾ। ਐਸੀ ਪਰਮੇਸ਼ਰ ਦੀ ਇਹਨਾਂ ਤੇ ਕਿਰਪਾ ਹੈ। ਉਡਗਨ ਵਿਖੇ ਚੰਦ ਜਿਉ ਕਰੈ। ਜਿਵੇਂ ਤਾਰੇ ਭਾਵੇਂ ਜਿੰਨੇ ਮਰਜ਼ੀ ਗੁਰਮੁਖੋਂ ਚਮਕਦੇ ਹੋਣ, ਪਰ ਤਾਰਿਆਂ ਦੇ ਵਿੱਚ ਰੌਸ਼ਨੀ ਚੰਦਰਮਾ ਦੀ ਹੁੰਦੀ ਹੈ, ਤਾਰਿਆਂ ਦੀ ਰੌਸ਼ਨੀ ਕੋਈ ਨਹੀਂ ਹੁੰਦੀ। ਜਿੰਨੇ ਮਰਜ਼ੀ ਸੋਢੀ ਪੰਜਾਬ ਤੇ ਰਹਿੰਦੇ ਪਏ ਨੇ, ਗੁਰੂ ਦੇ ਪਰਿਵਾਰ ਵਿੱਚੋਂ ਨੇ, ਸਾਡਾ ਸ਼ਰੀਕਾ ਕਬੀਲਾ ਰਹਿੰਦਾ ਪਿਆ, ਪਰ ਪ੍ਰਕਾਸ਼ ਉਹਨਾਂ ਦੇ ਵਿੱਚ ਗੋਬਿੰਦ ਰਾਏ ਸਾਹਿਬ ਦਾ ਹੀ ਹੋਣਾ, ਨਾਮ ਇਹਨਾਂ ਦਾ ਹੀ ਚੱਲਣਾ। ਬਾਕੀ ਜਿੰਨੇ ਮਰਜ਼ੀ ਉੱਥੇ ਬੈਠੇ ਰਹਿਣਾ ਕਰਨਾ। ਅਰਕ ਵਿਦਨ ਕੇ ਕਾਜ ਅਸ਼ੇਸ਼। ਤੇ ਹੋਰ ਵੀ ਕਈ ਕੰਮ ਨੇ ਮਾਤਾ ਜੀ ਜਿਹੜੇ ਪੰਜਾਬ ਜਾ ਕੇ ਕਰਨੇ ਹਨ। ਕਰੈ ਤਹਾਂ ਹੋਏ ਬੈਸ ਵਿਸ਼ੇਸ਼। ਅਸੀਂ ਉੱਥੇ ਰਵਾਂਗੇ ਤੇ ਸਾਰੇ ਕੰਮ ਜਾ ਕੇ ਕਰਾਂਗੇ। ਅਤੇ ਇਸੇ ਤਰ੍ਹਾਂ ਸਾਡੇ ਪੁੱਤਰ ਨੇ ਵੀ ਕਈ ਕੰਮ ਕਰਨੇ ਵੱਡੀ ਉਮਰਾਂ ਦੇ ਵਿੱਚ ਆ ਕੇ। ਵਿਆਦ ਕੁਰਕੀਨ ਬਖਾਨ। ਮਹਾਰਾਜ ਜੀਆਂ ਨੇ ਐਸੇ ਬਚਨ ਉੱਥੇ ਆਖੇ ਹਨ। ਦੀਨਸ ਧੀਰਜ ਹਿਰਦੈ ਮਹਾਨ। ਤੇ ਬਹੁਤ ਵੱਡੀ ਧੀਰਜ ਦਿੱਤੀ ਹੈ। ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ ਚੌਥਾ ਜੰਗ ਕੀਤਾ ਨਾ, ਤੇ ਜੰਗ ਕਰਕੇ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਨੂੰ ਆ ਰਹੇ ਸਨ, ਤੇ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਅਨੰਦਪੁਰ ਸਾਹਿਬ ਨਹੀਂ ਗਏ, ਪਰ ਅਨੰਦਪੁਰ ਸਾਹਿਬ ਦੇ ਨੇੜੇ ਮਹਾਰਾਜ ਦਾ ਸਥਾਨ ਬਣਿਆ ਹੋਇਆ। ਇੱਥੇ ਮਹਾਰਾਜ ਕੋਈ ਸਮਾਂ ਰੁਕੇ ਸਨ ਤੇ ਖੂਹ ਦਾ ਜਲ ਮਹਾਰਾਜ ਨੇ ਛਕਿਆ ਤੇ ਇਸ਼ਨਾਨ ਕੀਤਾ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਸ ਜਗ੍ਹਾ ਤੇ ਰੁਕ ਕੇ ਅਨੰਦਪੁਰ ਸਾਹਿਬ ਵੱਲ ਤੱਕਿਆ, ਉਸ ਪਹਾੜੀ ਦੇ ਵੱਲ, ਤੇ ਤੱਕ ਕੇ ਮਹਾਰਾਜ ਜੀਆਂ ਨੇ ਸੀਸ ਨਵਾਇਆ, ਉਸ ਵੇਲੇ ਨਮਸਕਾਰ ਕੀਤੀ ਹੈ। ਸਿੱਖ ਵੇਖਦੇ ਪਏ, ਉਹਨਾਂ ਨੇ ਪੁੱਛ ਲਿਆ, ਕਹਿੰਦੇ ਮਹਾਰਾਜ ਇੱਧਰ ਨੂੰ ਕੀ ਹੈ, ਤੁਸੀਂ ਇੱਧਰ ਨੂੰ ਕਿਉਂ ਸੀਸ ਨਵਾਇਆ ਹੈ? ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਭਾਈ ਆਉਣ ਵਾਲਾ ਸਮਾਂ ਇਹੋ ਜਿਹਾ ਬਣੇਗਾ, ਸਮਾਂ ਇਹੋ ਜਿਹਾ ਆਵੇਗਾ, ਇਸ ਜਗ੍ਹਾ ਤੋਂ ਧਰਮ ਨੂੰ ਧੀਰਜ ਦੇਣ ਵਾਸਤੇ, ਧਰਮ ਨੂੰ ਬਚਾਉਣ ਵਾਸਤੇ ਇੱਕ ਮਹਾਨ ਆਤਮਾ ਜਿਹੜੀ ਹੈ ਉਹ ਚੱਲ ਕੇ ਆਪਣੇ ਸੀਸ ਦਾ ਬਲੀਦਾਨ ਦੇਵੇਗੀ। ਉਹ ਇਸ ਸਥਾਨ ਤੇ ਆ ਕੇ ਨਮਸਕਾਰ ਕਰਨਗੇ। ਫਿਰ ਅੱਗੇ ਜਾ ਕੇ ਸਮਾਂ ਇਹੋ ਜਿਹਾ ਆਵੇਗਾ, ਇੱਕ ਬਹੁਤ ਤੇਜ ਪ੍ਰਤਾਪੀ ਮਹਾਤਮਾ ਮਹਾਂਪੁਰਖ ਹੋਣਗੇ ਜਿਹੜੇ ਇੱਥੇ ਇੱਕ ਨਵਾਂ ਪੰਥ ਪੈਦਾ ਕਰਨਗੇ। ਸੋ ਉਹਨਾਂ ਨੇ ਵੀ ਇੱਥੇ ਆ ਕੇ ਕਾਰਜ ਕਰਨੇ ਨੇ। ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ, ਅਤੇ 9ਵੇਂ ਪਾਤਸ਼ਾਹ ਮਹਾਰਾਜ ਚੱਲ ਕੇ ਅਨੰਦਪੁਰ ਤੋਂ ਦਿੱਲੀ ਵਿੱਚ ਜਾ ਕੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਇਹ ਜਿਹੜੇ ਬਚਨ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਦੱਸ ਦਿੱਤੇ ਸਨ ਵੀ ਇਹ ਦੋ ਐਸੇ ਮਹਾਂਪੁਰਖ ਜਿਹੜੇ ਨੇ ਇਸ ਧਰਤੀ ਤੇ ਆਉਣਗੇ, ਇੱਥੇ ਆ ਕੇ ਭਾਗ ਲਾਉਣਗੇ। ਇੱਥੋਂ ਇਹਨਾਂ ਨੇ ਦੋ ਕੰਮ ਵੱਡੇ ਕਰਨੇ। ਅਸੀਂ ਐਸੀ ਇਹ ਪ੍ਰਤਾਪੀ ਧਰਤੀ ਜਾਣੀ ਹੈ, ਤਾਂ ਨਮਸਕਾਰ ਕੀਤੀ ਹੈ ਵੀ ਇੱਥੇ ਉਹਨਾਂ ਨੇ ਆ ਕੇ ਬਿਰਾਜਣਾ ਹੈ। ਇਹ ਬਚਨ ਆਉਣ ਵਾਲੇ ਸਮੇਂ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪਹਿਲਾਂ ਹੀ ਆਪਣੇ ਸਿੱਖਾਂ ਨੂੰ ਸਰਵਣ ਕਰਵਾਏ ਸਨ। ਉਹੀ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਕਰਦੇ ਪਏ, ਕਹਿੰਦੇ ਮਾਤਾ ਜੀ ਜੋ ਹੋਣਾ ਹੈ ਨਾ ਉਹ ਹੋ ਕੇ ਰਹਿਣਾ ਹੈ, ਇਸ ਕਰਕੇ ਸਾਨੂੰ ਜਾਣਾ ਪਵੇਗਾ। ਹੁਣ ਸ਼੍ਰੀ ਗੁਜਰੀ ਸਾਥੇ ਉਚਾਰਾ। ਉਸ ਵੇਲੇ ਫਿਰ ਸਤਿਗੁਰੂ ਜੀ ਆਪਣੀ ਸੁਪਤਨੀ ਨੂੰ ਮਾਤਾ ਗੁਜਰੀ ਜੀਆਂ ਨੂੰ ਕਹਿਣ ਲੱਗੇ ਹਨ, ਨਿਜ ਸੁਤ ਕੇ ਰਹੀ ਹੈ ਅਨੁਸਾਰ। ਕੀ ਆਖਿਆ? ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਕਹਿਣ ਲੱਗੇ ਸਾਡੀ ਮਾਤਾ ਗੁਜਰੀ ਜੀਆਂ ਨੂੰ ਕਹਿਣ ਲੱਗੇ, ਗੁਜਰੀ ਜੀ ਤੁਸੀਂ ਆਪਣੇ ਪੁੱਤਰ ਦੀ ਆਗਿਆ ਵਿੱਚ ਰਹਿਣਾ ਹੈ। ਇਹਨੂੰ ਪੁੱਤਰ ਨਾ ਸਮਝਿਓ, ਇਹ ਖੁਦ ਪਰਮੇਸ਼ਰ ਦਾ ਰੂਪ ਹਨ ਤੇ ਇਸ ਧਰਤੀ ਤੇ ਭਲਾ ਕਰਨ ਵਾਸਤੇ ਆਏ। ਤੁਸੀਂ ਇਹਨਾਂ ਦੀ ਆਗਿਆ ਵਿੱਚ, ਇਹਨਾਂ ਦੇ ਕਹਿਣੇ ਵਿੱਚ ਰਹਿ ਕੇ ਕੰਮ ਕਰਨੇ ਹਨ। ਮਹਾਂਪੁਰਖ ਕੋ ਇਹ ਅਵਤਾਰੂ। ਇਹ ਜਿਹੜਾ ਤੁਹਾਡਾ ਪੁੱਤਰ ਹੈ ਨਾ, ਇਹ ਬਹੁਤ ਵੱਡੇ ਮਹਾਂਪੁਰਖ ਨੇ। ਮਹਾਂਪੁਰਖ ਕੌਣ ਹੈ? ਪਰਮੇਸ਼ਰ। ਇਹ ਪਰਮੇਸ਼ਰ ਦਾ ਅਵਤਾਰ ਨੇ, ਇਸ ਕਰਕੇ ਇਹਨਾਂ ਨੂੰ ਇਕੱਲੇ ਬੱਚੇ ਨਾ ਸਮਝ ਲਿਓ ਵੀ ਸਾਡਾ ਪੁੱਤਰ ਹੀ ਹੈ। ਇਹ ਪੁੱਤਰ ਨਹੀਂ, ਇਹ ਖੁਦ ਅਕਾਲ ਪੁਰਖ ਤੁਹਾਡੇ ਪੁੱਤਰ ਦੇ ਰੂਪ ਵਿੱਚ ਆਇਆ। ਇਸ ਕਰਕੇ ਜੋ ਵੀ ਇਹ ਕਹਿਣ, ਤੁਸੀਂ ਇਹ ਨਾ ਸੋਚਿਓ ਵੀ ਇਹਨਾਂ ਦੀ ਉਮਰਾਂ ਛੋਟੀ ਹੈ ਜਾਂ ਇਹਨਾਂ ਨੂੰ ਪਤਾ ਨਹੀਂ ਹੈ। ਜੋ ਮਰਜ਼ੀ ਕਹਿਣ, ਪਰ ਇਹਨਾਂ ਦੇ ਕਹਿਣੇ ਵਿੱਚ ਰਹਿਣਾ ਕਰੋ। ਧਾਰੈ ਤੇਜ ਪ੍ਰਤਾਪ ਉਦਾਰੂ। ਤੇ ਇਹ ਬਹੁਤ ਜ਼ਿਆਦਾ ਤੇਜ ਪ੍ਰਤਾਪ ਧਾਰਨ ਕਰਨਗੇ, ਐਸੇ ਤੇਜ ਪ੍ਰਤਾਪੀ ਹੋਣਗੇ ਵੀ ਇਹਨਾਂ ਦੇ ਸਾਹਮਣੇ ਕਿਸੇ ਨੇ ਖੜਨਾ ਨਹੀਂ। ਮੁਖ ਤੇ ਜੋ ਨਿਕਸੈ ਕਿਸ ਕਾਰਨ। ਤੇ ਜਿਹੜਾ ਵੀ ਬਚਨ ਇਹਨਾਂ ਦੇ ਮੂੰਹੋਂ ਨਿਕਲੇਗਾ ਕਿਸੇ ਵੀ ਕਾਰਨ, ਕਦੋਂ ਵੀ, ਸੁੱਤਿਆਂ ਜਾਗਦਿਆਂ ਚਲਦਿਆਂ ਫਿਰਦਿਆਂ, ਜਦੋਂ ਵੀ ਇਹ ਬਚਨ ਕੋਈ ਆਪਣੇ ਮੂੰਹ ਚੋਂ ਕੱਢਣਗੇ ਨਾ, ਜਿਹੜਾ ਵੀ ਬਚਨ ਕਹਿੰਦੇ ਹਨ, ਸੋ ਸਭ ਫੁਰੈ ਨਾ ਹੋਏ ਕਿਮਟਾਰਨ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਉਹ ਬਚਨ ਪੂਰਾ ਹੋਣਾ ਹੀ ਹੋਣਾ ਹੈ। ਕੋਈ ਹੋ ਹੀ ਨਹੀਂ ਸਕਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖੋਂ ਬਚਨ ਨਿਕਲੇ ਤੇ ਉਹ ਪੂਰਾ ਨਾ ਹੋਵੇ। ਉਹ ਜ਼ਰੂਰ ਪੂਰਾ ਹੋਵੇਗਾ।
ਜਿਹੜੇ ਜਿਹੜੇ ਬਚਨ ਇਹਨਾਂ ਨੇ ਆਖਣੇ ਨੇ ਉਹ ਪੂਰੇ ਹੋਣੇ ਨੇ। ਤੇ ਆਪਾਂ ਇਤਿਹਾਸ ਦੇ ਵਿੱਚ ਕਿੰਨੇ ਬਚਨ ਸਰਵਣ ਕਰਦੇ ਆ। ਸਤਿਗੁਰਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਪੂਰੀਆਂ ਹੋਈਆਂ। ਜਦੋਂ ਮਹਾਰਾਜ ਸਾਹਿਬ ਜੀ ਅਨੰਦਪੁਰ ਨੂੰ ਛੱਡ ਕੇ ਚੱਲੇ ਨਾ ਮਾਲਵੇ ਨੂੰ, ਤੇ ਕਪੂਰਾ ਆ ਗਿਆ। ਕੋਟਕਪੂਰਾ ਸ਼ਹਿਰ ਹੈ ਨਾ, ਤੁਸੀਂ ਦਰਸ਼ਨ ਕਰਦੇ ਹੋ, ਵੇਖਦੇ ਹੋ, ਜਾਂਦੇ ਹੋ। ਇਹ ਇੱਕ ਕਪੂਰੇ ਨਾਮ ਦੇ ਜੱਟ ਨੇ ਇੱਥੇ ਕਿਲ੍ਹਾ ਬਣਾਇਆ ਸੀ, ਤੇ ਕੋਟ ਨਾਮ ਕਿਲ੍ਹੇ ਦਾ ਵੀ ਕਪੂਰੇ ਦਾ ਕਿਲ੍ਹਾ। ਤੇ ਜਦੋਂ ਮਹਾਰਾਜ ਦੇ ਇਲਾਕੇ ਵਿੱਚ ਪਹੁੰਚੇ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੇਰੇ ਕੋਲ ਕੁਝ ਸੂਰਮੇ ਨੇ, ਕੁਝ ਫੌਜਾਂ ਨੇ, ਤੇ ਅਸੀਂ ਹੁਣ ਜੰਗਲ ਵਿੱਚ ਆਏ ਹਾਂ, ਸਾਡੀ ਮਦਦ ਵਾਸਤੇ ਆ। ਇਹਨੇ ਮਨ ਵਿੱਚ ਸੋਚਿਆ ਵੀ ਸਤਿਗੁਰਾਂ ਦਾ ਵੈਰ ਇਸ ਵੇਲੇ ਸਮੇਂ ਦੀ ਸਰਕਾਰ ਦੇ ਨਾਲ ਹੈ। ਜੇ ਮੈਂ ਇਹਨਾਂ ਦੀ ਮਦਦ ਕੀਤੀ ਤੇ ਸਰਕਾਰ ਮੇਰੀ ਵੈਰੀ ਬਣ ਜਾਏਗੀ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਜੇ ਮੈਂ ਤੁਹਾਡੇ ਨਾਲ ਹੋ ਗਿਆ ਨਾ, ਤੇ ਸਰਕਾਰ ਨੇ ਮੈਨੂੰ ਫਾਹਾ ਲਾ ਕੇ ਮਾਰਨਾ, ਉੱਪਰ ਮੇਰੇ ਗੰਦਗੀ ਦਾ ਟੋਕਰਾ ਵੀ ਪਾਉਣਗੇ ਤੇ ਫਾਹ ਲਾ ਕੇ ਉਹਨਾਂ ਨੇ ਮਾਰ ਦੇਣਾ। ਇਹ ਗੱਲ ਮਨ ਵਿੱਚ ਜਾਣ ਕੇ ਤੇ ਸਤਿਗੁਰਾਂ ਨੂੰ ਨਾ ਕਰ ਗਿਆ, ਗੋਲ ਮੋਲ ਜੀ ਗੱਲ ਕਰ ਦਿੱਤੀ, ਹਾਂਜੀ ਕਰਾਂਗੇ ਜੀ, ਵੇਖਾਂਗੇ ਜੀ, ਆਵਾਂਗੇ ਜੀ। ਤੇ ਸਤਿਗੁਰੂ ਜਾਣ ਗਏ, ਮਹਾਰਾਜ ਤੇ ਜਾਣਦੇ ਸਨ ਮਨ ਵਿੱਚ ਕੀ ਚੱਲਦਾ। ਕਹਿਣ ਲੱਗੇ, ਕਪੂਰਿਆ ਜਿਹੜੀ ਗੱਲ ਤੋਂ ਡਰ ਕੇ ਤੂੰ ਬਚਨ ਤੋਂ ਪਿੱਛੇ ਹਟਦਾ ਪਿਆ ਨਾ, ਤੇਰੇ ਨਾਲ ਇਸੇ ਤਰ੍ਹਾਂ ਹੀ ਹੋਣਾ। ਤੈਨੂੰ ਮੁਗਲਾਂ ਨੇ ਗ੍ਰਿਫਤਾਰ ਕਰਨਾ, ਤੈਨੂੰ ਉਹਨਾਂ ਨੇ ਫਾਹ ਲਾ ਕੇ ਮਾਰਨਾ। ਜਿਹੜੀ ਗੱਲ ਤੋਂ ਤੂੰ ਡਰਦਾ, ਤੇਰੇ ਨਾਲ ਇਹੋ ਹੀ ਬੰਨੀ ਹੋ। ਸਤਿਗੁਰਾਂ ਦਾ ਬਚਨ ਹੋ ਗਿਆ, ਕਪੂਰਾ ਆਪਣੇ ਘਰੇ ਚਲਾ ਗਿਆ। ਤੇ ਉਸ ਵੇਲੇ ਕਈ ਤਰ੍ਹਾਂ ਦੇ ਉਪਾਅ ਯਤਨ ਵੀ ਕੀਤੇ। ਕਹਿਣ ਲੱਗੇ, ਇੱਕ ਸਮਾਂ ਇਹੋ ਜਿਹਾ ਆਇਆ, ਕੋਟ ਈਸੇ ਖਾਂ ਦਾ ਇੱਕ ਨਗਰ ਹੈ ਮੋਗੇ ਜ਼ਿਲ੍ਹੇ ਦੇ ਵਿੱਚ, ਮੋਗੇ ਦੇ ਨੇੜੇ। ਇੱਥੇ ਈਸੇ ਖਾਂ ਨਾਮ ਦਾ ਇੱਕ ਮੁਸਲਮਾਨ ਰਹਿੰਦਾ ਸੀ। ਉਹਨੇ ਫਿਰ ਕਪੂਰੇ ਨਾਲ ਜੰਗ ਕੀਤਾ, ਤੇ ਜੰਗ ਦੇ ਵਿੱਚ ਕਪੂਰਾ ਹਾਰ ਗਿਆ, ਤੇ ਉਹਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰ ਲਿਆ ਤੇ ਉਹ ਈਸੇ ਖਾਨ ਕਹਿਣ ਲੱਗਾ, ਬੰਨੋ ਮੁਸ਼ਕਾਂ ਇਹਦੀਆਂ, ਹੱਥ ਪੈਰ ਬੰਨੋ ਤੇ ਲੈ ਚੱਲੋ ਨਾਲ, ਇਹ ਸਾਡੇ ਤੋਂ ਆਕੀ ਹੋਇਆ ਬੈਠਾ। ਕਹਿਣ ਲੱਗੇ, ਜਦੋਂ ਬੰਨ੍ਹ ਕੇ ਲਈ ਜਾਂਦੇ ਤੇ ਕੁਝ ਰਸਤਾ ਤੈਅ ਕੀਤਾ, ਤੇ ਉਸ ਵੇਲੇ ਪੁੱਛਿਆ ਸਿਪਾਹੀਆਂ ਨੇ ਈਸੇ ਖਾਨ ਨੂੰ, ਕਹਿੰਦੇ ਜੀ ਆ ਜਿਹੜਾ ਬੱਧਾ ਹੋਇਆ ਜੱਟ ਆਪਾਂ ਕਪੂਰਾ, ਇਹਦਾ ਹੁਣ ਕੀ ਕਰੀਏ। ਉਹਨੂੰ ਚੇਤਾ ਆਇਆ, ਕਹਿਣ ਲੱਗਾ, ਕਰਨਾ ਕੀ ਹੈ, ਇਸ ਨੂੰ ਗਲ ਦੇ ਵਿੱਚ ਰੱਸੀ ਪਾ ਕੇ ਰੁੱਖ ਦੇ ਨਾਲ ਟੰਗ ਕੇ ਫਾਹੀ ਦੇ ਦਿਓ, ਫਾਹਾ ਲਾ ਦਿਓ, ਫਾਂਸੀ ਦੇ ਦਿਓ। ਤੇ ਜਦੋਂ ਇਹ ਗੱਲ ਕੀਤੀ ਨਾ, ਸਿਪਾਹੀ ਰੱਸੀ ਲੈ ਕੇ ਆਏ ਫਾਂਸੀ ਦੇਣ ਵਾਸਤੇ। ਤੇ ਉਸ ਵੇਲੇ ਕਪੂਰਾ ਕਹਿਣ ਲੱਗਾ ਵੀ ਮਾਰਨ ਤੇ ਤੁਸੀਂ ਮੈਨੂੰ ਲੱਗੇ ਹੋ, ਪਰ ਮੇਰਾ ਇੱਕ ਆਖਰੀ ਮੇਰੀ ਇੱਛਾ ਹੈ, ਅੰਤਮ ਇੱਛਾ ਮੇਰੀ ਪੂਰੀ ਕਰ ਦਿਓ। ਸਿਪਾਹੀਆਂ ਨੇ ਪੁੱਛਿਆ ਕੀ ਹੈ। ਕਹਿੰਦਾ, ਅੰਤਮ ਇੱਛਾ ਇਹ ਹੈ, ਗੰਦਗੀ ਦਾ ਬੋਰਾ ਇੱਕ ਮੇਰੇ ਮੂੰਹ ਤੇ ਪਾਓ, ਫਿਰ ਮੈਨੂੰ ਫਾਂਸੀ ਦਿਓ। ਉਹਨਾਂ ਨੇ ਪੁੱਛਿਆ ਇਹਦਾ ਕੀ ਕਾਰਨ ਹੈ। ਕਹਿਣ ਲੱਗਾ, ਮੇਰੇ ਗੁਰੂ ਦਾ ਹੁਕਮ ਹੋਇਆ ਸੀ ਮੈਨੂੰ ਵੀ ਮੇਰੇ ਮੂੰਹ ਤੇ ਗੰਦਗੀ ਦਾ ਲਿਫਾਫਾ ਪਵੇਗਾ, ਬੋਰਾ ਪਵੇਗਾ, ਤੇ ਫਿਰ ਫਾਂਸੀ ਲਾ ਕੇ ਮੈਂ ਮਰਨਾ। ਹੁਣ ਤੁਸੀਂ ਫਾਂਸੀ ਲਾ ਕੇ ਮਾਰਨ ਤੇ ਲੱਗੇ ਹੀ ਹੋ, ਮਰ ਤੇ ਮੈਂ ਜਾਣਾ, ਪਰ ਜਿਹੜਾ ਦੂਜਾ ਬਚਨ ਮਹਾਰਾਜ ਦਾ ਰਹਿੰਦਾ ਮੈਂ ਉਹ ਵੀ ਪੂਰਾ ਕਰ ਲਵਾਂ, ਨਹੀਂ ਤੇ ਮੈਨੂੰ ਹੋਰ ਜਨਮ ਲੈਣਾ ਪਵੇਗਾ, ਦੁਬਾਰਾ ਫਿਰ ਮੇਰੇ ਉਹ ਗੰਦਗੀ ਦਾ ਬੋਰਾ ਪਵੇਗਾ, ਫਿਰ ਮੈਂ ਮਰਾਂਗਾ। ਜੇ ਤੁਸੀਂ ਮਾਰਨ ਲੱਗੇ ਹੋ ਤਾਂ ਫਿਰ ਮੈਨੂੰ ਇਸ ਤਰ੍ਹਾਂ ਮਾਰੋ। ਤੇ ਉਹ ਕਹਿਣ ਲੱਗੇ, ਠੀਕ ਹੈ, ਸਾਨੂੰ ਕਿ ਉਹਨਾਂ ਗੰਦਗੀ ਦਾ ਬੋਰਾ ਲਿਆ ਕੇ ਪਾਇਆ ਤੇ ਫਾਹਾ ਲਾ ਕੇ ਮਾਰਿਆ। ਇਹ ਇਤਿਹਾਸ, ਇਹ ਬਚਨ ਆਪਾਂ ਤਾਂ ਸੁਣਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿ ਰਹੇ ਨੇ, ਗੁਜਰੀ ਜੀ ਤੁਹਾਡੇ ਪੁੱਤਰ ਦੇ ਮੂੰਹੋਂ ਜਿਹੜੀ ਵੀ ਗੱਲ ਨਿਕਲੇਗੀ ਉਸੇ ਵੇਲੇ ਉਹ ਪੂਰੀ ਹੋਵੇਗੀ, ਇਹਨਾਂ ਦੇ ਬਚਨ ਪੂਰੇ ਹੋਣਗੇ। ਤੇ ਉਹ ਬਚਨ ਇੱਕ ਪੂਰੇ ਦੀ ਸਾਖੀ ਆਪਣੇ ਕੋਲ ਹੈ ਵੀ ਕਿਵੇਂ ਉਹਦੇ ਉੱਪਰ ਫਿਰ ਫਾਹਾ ਲਾ ਕੇ ਤੇ ਉਹ ਮਰਿਆ। ਇਹ ਤਾਂ ਇੱਕੋ ਹੀ ਸਾਖੀ ਹੈ, ਇੱਕੋ ਹੀ ਉਦਾਹਰਨ ਹੈ। ਇਹੋ ਜਿਹੀਆਂ ਕਈ ਉਦਾਹਰਨਾਂ ਨੇ ਜਿਹੜੀਆਂ ਅੱਗੇ ਇਤਿਹਾਸ ਵਿੱਚ ਆਪਾਂ ਜਾ ਕੇ 10ਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਸਰਵਣ ਵੀ ਕਰਾਂਗੇ। ਸੋ ਬਚਨ ਇਹ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿ ਰਹੇ ਵੀ ਇਹਨਾਂ ਦੇ ਬਚਨ ਪੂਰੇ ਹੋਇਆ ਕਰਨਗੇ। ਜਥਾ ਕਹੈ ਤਿਮ ਹੀ ਤੁਮ ਮਾਨੋ, ਜਿਵੇਂ ਇਹ ਕਹਿਣਗੇ ਗੁਜਰੀ ਜੀ, ਜਿਵੇਂ ਇਹ ਕਹਿਣਗੇ ਨਾ ਗੋਬਿੰਦ ਰਾਏ ਜੀ, ਇਹ ਆਖਣ ਵੀ ਦਿਨ ਹੈ ਤੇ ਤੁਸੀਂ ਕਹਿਣਾ ਦਿਨ ਹੈ, ਜੇ ਆਖਣ ਰਾਤ ਹੈ ਤੇ ਤੁਸੀਂ ਕਹਿਣਾ ਰਾਤ ਹੈ। ਸਤ ਬਚਨ ਹੀ ਕਹਿਣਾ, ਕਦੇ ਨਾ ਨਹੀਂ ਕਰਨੀ, ਕਦੇ ਬਚਨ ਨਹੀਂ ਮੋੜਨਾ ਹੈ। 8 ਵਿਸਾਲ ਕੋ ਕਿਉਂ ਹੁ ਨਾ ਠਾਨੈ, ਭਾਵੇਂ ਇਹ ਬੱਚੇ ਨੇ, ਬੱਚੇ ਦਾ ਕੰਮ ਹੁੰਦਾ ਜਿੱਦ ਕਰਨੀ, ਭਾਵੇਂ ਜਿੰਨੀ ਮਰਜ਼ੀ ਜਿੱਦ ਕਰਨ ਵੀ ਆਹ ਕੰਮ ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਹੈ। ਜਿਵੇਂ ਇਹ ਜਿੱਦ ਕਰ ਲੈਣ, ਹੱਠ ਕਰ ਲੈਣ, ਪਰ ਜਿਵੇਂ ਕਹਿਣ ਕਰਨਾ ਉਸੇ ਤਰ੍ਹਾਂ ਹੀ ਹੈ, ਇਹਨਾਂ ਦੇ ਉਲਟ ਨਹੀਂ ਜਾਣਾ ਹੈ। ਵਧੈ ਪ੍ਰਤਾਪ ਬਿਲੰਦ ਸਮਾਜੂ, ਆਉਣ ਵਾਲਾ ਸਮਾਂ ਇਹੋ ਜਿਹਾ ਆਵੇਗਾ, ਇਹਨਾਂ ਦਾ ਤੇਜ ਪ੍ਰਤਾਪ ਇੰਨਾ ਵਧੇਗਾ ਔਰ ਸਾਜੋ ਸਮਾਨ ਇਹਨਾਂ ਕੋਲ ਇੰਨਾ ਹੋਵੇਗਾ ਜਿਹੜਾ ਗਿਣਿਆ ਨਹੀਂ ਜਾਣਾ ਹੈ। ਕਰੈ ਅਨੇਕ ਰੀਤ ਕੇ ਕਾਜੂ, ਇਹਨਾਂ ਨੇ ਕਈ ਕੰਮ ਆਉਣ ਵਾਲੇ ਸਮੇਂ ਵਿੱਚ ਆਪਣੀ ਉਮਰਾਂ ਵਿੱਚ ਕਰਨੇ ਹਨ। ਜੇ ਨਾ ਕਹਿਓ ਮਾਨੋ ਇਨ ਕੇਰਾ, ਪਰ ਹੁਣ ਮਹਾਰਾਜ ਦੂਜਾ ਬਚਨ ਕਰਦੇ, ਧਿਆਨ ਨਾਲ ਸੁਣਨ ਵਾਲਾ ਬਚਨ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਗੁਜਰੀ ਜੀ ਜੇ ਤੁਸੀਂ ਇਹਨਾਂ ਦਾ ਕਿਹਾ ਹੋਇਆ ਬਚਨ ਨਾ ਮੰਨਿਆ, ਕਿਸੇ ਵੇਲੇ ਕੋਈ ਬਚਨ ਕਹਿਣ, ਕੋਈ ਕੰਮ ਕਹਿਣ,
ਤੇ ਤੁਸੀਂ ਨਾ ਮੰਨਿਆ ਜਾਂ ਪੂਰਾ ਨਾ ਕੀਤਾ ਤੇ ਕਰੈ ਬਿਸੂਰਨ ਫੇਰ ਕਨੇਰਾ। ਤੇ ਫਿਰ ਤੁਹਾਨੂੰ ਬਾਅਦ ਵਿੱਚ ਝੂਰਨਾ ਪਵੇਗਾ, ਤੁਹਾਨੂੰ ਪਛਤਾਉਣਾ ਪੈਣਾ। ਤੁਸੀਂ ਆਖਣਾ ਵੀ ਜੇ ਮੰਨ ਲੈਂਦੇ ਤੇ ਚੰਗਾ ਹੁੰਦਾ। ਨਹੀਂ ਮੰਨਿਆ ਤੇ ਜਦੋਂ ਤੀਰ ਕਮਾਨ ਚੋਂ ਨਿਕਲ ਹੀ ਗਿਆ ਤੇ ਫਿਰ ਕੀ ਕਰ ਲੈਣਾ। ਤੀਰ ਨਿਕਲਿਆ ਨਿਸ਼ਾਨੇ ਤੇ ਹੁਣ ਵੱਜੇਗਾ, ਜ਼ੁਬਾਨ ਵਿੱਚੋਂ ਬਚਨ ਨਿਕਲਿਆ ਤੇ ਪੂਰਾ ਹੋਣਾ। ਜੇ ਤੁਸੀਂ ਕਿਤੇ ਭੁੱਲ ਭੁਲੇਖੇ ਵੀ ਨਾ ਕਰ ਬੈਠੇ ਨਾ, ਕਹਿਣਾ ਨਾ ਮੰਨਿਆ, ਤੇ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਏਗਾ। ਇਸ ਕਰਕੇ ਕਦੇ ਵੀ ਇਹਨਾਂ ਦਾ ਬਚਨ ਨਹੀਂ ਮੋੜਨਾ ਹੈ। ਗਜ ਬਾਜੀ ਸੈਨਾ ਸਮੁਦਾਇ। ਤੇ ਇਹਨਾਂ ਦੇ ਕੋਲ ਹਾਥੀ ਘੋੜੇ ਇਤਿਆਦਿਕ ਜਿੰਨੀ ਸੈਨਾ ਫੌਜ ਹੈ, ਇਨਕੇ ਸੰਗ ਹੋਏ ਅਧਿਕਾਏ। ਇਹਨਾਂ ਦੇ ਕੋਲ ਬਹੁਤ ਹੋਵੇਗਾ, ਬਹੁਤ ਹੋਵੇਗਾ। ਇਹ ਬਚਨ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀਤੇ। ਤੇ ਜਦੋਂ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡਣਾ ਸੀ ਨਾ, ਤੇ ਮਾਤਾ ਗੁਜਰੀ ਜੀਆਂ ਨੇ ਇੱਕ ਥੈਲੇ ਵਿੱਚ ਥੋੜਾ ਜਿਹਾ ਧਨ ਪਾ ਲਿਆ। ਆਪਾਂ ਪੜ੍ਹਦੇ ਹਾਂ ਨਾ ਵੀ ਇੱਕ ਧਨ ਦੀ ਥੈਲੀ ਨਾਲ ਲੈ ਲਈ। ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਧਨ ਕਿਉਂ ਲੈ ਕੇ ਚੱਲੇ? ਆਪਾਂ ਤੇ ਸਫ਼ਰ ਤੇ ਚੱਲੇ, ਕੀ ਕਰਨੀ ਮਾਇਆ? ਮਾਇਆ ਬਿਪਤਾ ਪਾਉਂਦੀ ਹੈ। ਤੇ ਮਾਤਾ ਜੀ ਕਹਿਣ ਲੱਗੇ, ਪੁੱਤਰ ਜਿੱਥੇ ਆਪਾਂ ਚੱਲੇ ਆ ਆਪਣੀ ਕਿਹੜਾ ਰਿਸ਼ਤੇਦਾਰੀ, ਕੀ ਪਤਾ ਕਿੱਥੇ ਰਾਤ ਪੈਣੀ, ਕਿੱਥੇ ਦਿਨ ਚੜ੍ਹਨਾ, ਕੁਝ ਧਨ ਹੋਵੇਗਾ ਤੇ ਕੁਝ ਖਰੀਦ ਲਵਾਂਗੇ। ਲੈ ਲਿਆ ਧਨ ਤੇ ਚੱਲ ਪਏ। ਉਸੇ ਧਨ ਨੇ ਜਿਹੜਾ ਗੰਗੂ ਸੀ ਉਹਦਾ ਮਨ ਭਰਮਾਇਆ। ਉਸੇ ਧਨ ਨੂੰ ਵੇਖ ਕੇ ਉਹਦਾ ਮਨ ਲਾਲਚ ਵਿੱਚ ਆ ਗਿਆ ਤੇ ਉਹਨੇ ਆਖਿਆ ਵੀ ਇਹ ਵੀ ਧਨ ਲੁੱਟ ਲਵਾਂ ਜਿਹੜਾ ਇਹਨਾਂ ਦੇ ਕੋਲ, ਤੇ ਸਰਕਾਰ ਕੋਲੋਂ ਵੀ ਇਨਾਮ ਲੈ ਲਵਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਧਨ ਲੈਣਾ ਬਿਪਤਾ ਦੀ ਨਿਸ਼ਾਨੀ ਹੈ, ਬਿਪਤਾ ਪਏਗੀ, ਪਰ ਫਿਰ ਵੀ ਲੈ ਲਿਆ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਚਨ ਹੈ, ਪਟਨਾ ਸਾਹਿਬ ਦੀ ਧਰਤੀ ਤੇ ਹੈ। ਕਹਿਣ ਲੱਗੇ ਕਦੇ ਵੀ ਇਹਨਾਂ ਤੋਂ ਉਲਟ ਨਾ ਜਾਇਓ, ਜੇ ਜਾਓਗੇ ਤੇ ਬਾਅਦ ਵਿੱਚ ਪਛਤਾਉਣਾ ਪਵੇਗਾ ਵੀ ਕਿਉਂ ਉਲਟ ਗਏ। ਪਰ ਇੱਕ ਸਮਾਂ ਇਹੋ ਜਿਹਾ ਬਣ ਗਿਆ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਣਾ, ਧਨ ਦੀ ਥੈਲੀ ਕਹਿਣ ਦੇ ਬਾਵਜੂਦ ਵੀ ਨਾਲ ਲੈ ਲਈ। ਸਤਿਗੁਰੂ ਪਾਤਸ਼ਾਹ ਨੇ ਚਲੋ ਕੌਤਕ ਕਰਨੇ, ਮਹਾਰਾਜ ਦੀ ਮਰਜ਼ੀ ਹੈ, ਉਹਨਾਂ ਨੇ ਕੋਈ ਨਾ ਕੋਈ ਖੇਡ ਰਚਨੀ ਹੁੰਦੀ ਹੈ। ਪਰ ਇੱਥੇ ਬਚਨ ਕਰ ਰਹੇ ਨੇ, ਕਹਿਣ ਲੱਗੇ ਕਦੇ ਵੀ ਇਹਨਾਂ ਦੇ ਉਲਟ ਨਹੀਂ ਜਾਣਾ ਹੈ। ਸਾਦਰ ਪ੍ਰਤੀਪਾਰਨ ਕੋ ਕਰੀਏ। ਤੇ ਬੜੇ ਸਤਿਕਾਰ ਦੇ ਨਾਲ ਤੁਸੀਂ ਇਹਨਾਂ ਦੀ ਪਾਲਣਾ ਕਰਨੀ ਹੈ, ਇਹਨਾਂ ਦਾ ਸਤਿਕਾਰ ਕਰਨਾ ਹੈ। ਸੁਤ ਕੇ ਸੁਖ ਸਭ ਰੀਤ ਨਿਹਰੀਏ। ਤੇ ਤੁਸੀਂ ਆਪਣੇ ਪੁੱਤਰ ਦੇ ਸੁਖ ਸਾਰੇ ਤਰੀਕਿਆਂ ਨਾਲ ਵੇਖੋਗੇ, ਇਹਨਾਂ ਦੇ ਠਾਠ ਬਾਠ ਵੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ। ਅਮਰੋ ਮੇਲ ਬਣੇ ਕੇ ਨਾ। ਸਾਡਾ ਮੇਲ ਇਹਨਾਂ ਨਾਲ ਬਣੇ ਕਿ ਨਾ ਬਣੇ ਪਤਾ ਕੋਈ ਨਹੀਂ। ਹੁਣ ਮਹਾਰਾਜ ਨਾ ਆਉਣ ਵਾਲੇ ਸਮੇਂ ਨੂੰ ਥੋੜਾ ਗੁਪਤ ਕਰ ਲਿਆ, ਸਾਰਾ ਕੁਝ ਨਹੀਂ ਦੱਸਿਆ। ਕਹਿਣ ਲੱਗੇ ਤੁਸੀਂ ਪੁੱਤ ਦੇ ਸੁੱਖ ਵੇਖੋਗੇ ਆਪਣੀਆਂ ਅੱਖਾਂ ਦੇ ਨਾਲ, ਸਾਡਾ ਇਹਨਾਂ ਨਾਲ ਬਹੁਤਾ ਲੰਮਾ ਸਮਾਂ ਮੇਲ ਬਣੇ ਕਿ ਨਾ ਬਣੇ ਇਹ ਨਹੀਂ ਜਾਣਦੇ। ਜਾਣਦੇ ਤਾਂ ਹੈ ਨੇ ਵੀ ਜਦੋਂ 9 ਸਾਲ ਦੇ ਹੋਣਗੇ ਤੇ ਅਸੀਂ ਦਿੱਲੀ ਜਾ ਕੇ ਕੁਰਬਾਨੀ ਦੇਣੀ ਹੈ। ਜਾਣਦੇ ਤੇ ਨਹੀਂ ਸਾਰਾ ਕੁਝ, ਪਰ ਹੁਣ ਦੱਸਣਗੇ ਤੇ ਫਿਰ ਪਰਿਵਾਰ ਵੈਰਾਗ ਕਰੇਗਾ ਨਾ, ਇਸ ਕਰਕੇ ਦੱਸਦੇ ਨਹੀਂ ਪਏ। ਕਹਿੰਦੇ ਸਾਡਾ ਤੇ ਇਹਨਾਂ ਨਾਲ ਪਤਾ ਨਹੀਂ ਕਿੰਨਾ ਕੁ ਸਮਾਂ ਮੇਲ ਬੰਨਾ ਵੀ ਹੈ ਕਿ ਨਹੀਂ ਬੰਨਾ, ਇਸ ਗੱਲ ਨੂੰ ਜਾਣਦਾ ਨਹੀਂ ਕੋਈ। ਕਿਮ ਵਿਸਾਸ ਨ ਪਈਐ ਆਹੇ। ਸੋ ਇਸ ਕਰਕੇ ਤੁਸੀਂ ਇਹਨਾਂ ਦੇ ਉੱਪਰ ਭਰੋਸਾ ਰੱਖਣਾ ਹੈ ਤੇ ਇਸੇ ਤਰ੍ਹਾਂ ਫਿਰ ਭਰੋਸੇ ਦੇ ਵਿੱਚ ਰਹਿ ਕੇ। ਦੂਰ ਦੇਸ਼ ਕੋ ਪੰਥ ਵਿਸਾਲਾ। ਇਹ ਵਿਸ਼ਵਾਸ ਭਰੋਸਾ ਨਹੀਂ ਹੈ ਵੀ ਸਾਡਾ ਇਹਨਾਂ ਨਾਲ ਲੰਮਾ ਸਮਾਂ ਮਿਲਾਪ ਬਣੇ ਕਿ ਨਾ ਬਣੇ, ਇਸ ਕਰਕੇ ਰਸਤਾ ਦੂਰ ਦਾ ਲੰਮਾ ਹੈ। ਉਲੰਘੋ ਸਨੇ ਸਨੇ ਬਹੁ ਕਾਲਾ। ਤੇ ਤੁਸੀਂ ਹੌਲੀ ਹੌਲੀ ਆਉਣਾ ਹੈ ਸਾਡੇ ਮਗਰ, ਜਦੋਂ ਬੁਲਾਵਾਂਗੇ ਨਾ ਬੜੇ ਆਰਾਮ ਦੇ ਨਾਲ ਚੱਲ ਕੇ ਆਉਣਾ ਕਰਿਓ। ਅੰਤਰ ਵਹਿਰ ਸੁਖਾਰੇ। ਤੇ ਇਸੇ ਤਰ੍ਹਾਂ ਅੰਤਰ ਵਹਿਰ ਸੁਖਾਰੇ। ਇਸੇ ਤਰ੍ਹਾਂ ਅੰਦਰ ਤੇ ਬਾਹਰ ਆਪਣੇ ਪੁੱਤਰ ਗੋਬਿੰਦ ਰਾਏ ਜੀਆਂ ਨੂੰ ਸੌਖਾ ਰੱਖਣਾ, ਖੁਸ਼ ਰੱਖਣਾ ਹੈ। ਦੂਰ ਨ ਗਮਨੋ ਖੇਦ ਨ ਧਾਰੇ। ਤੇ ਦੂਰ ਨਹੀਂ ਜਾਣਾ। ਜਦੋਂ ਬੁਲਾਵਾਂਗੇ ਨਾ ਪੰਜਾਬ ਨੂੰ ਤੇ ਹੌਲੀ ਹੌਲੀ ਆਇਓ, ਛੋਟੀਆਂ ਛੋਟੀਆਂ ਮੰਜ਼ਲਾਂ ਕਰਦਿਆਂ, ਨਿੱਕੇ ਨਿੱਕੇ ਪੜਾਅ ਕਰਦਿਆਂ, ਥੋੜਾ ਜਿਹਾ ਤੁਰ ਲਿਆ ਫਿਰ ਟਿਕਾ ਕਰ ਲਿਆ, ਫਿਰ ਥੋੜਾ ਜਿਹਾ ਤੁਰ ਲਿਆ ਫਿਰ ਟਿਕਾ ਕਰ ਲਿਆ। ਲੰਮੀ ਮੰਜ਼ਲ ਦਾ ਸਫ਼ਰ ਤੈਅ ਨਹੀਂ ਕਰਨਾ, ਸੌਖੇ ਰਹਿ ਕੇ ਮੌਜ ਦੇ ਨਾਲ ਆਉਣਾ ਹੈ। ਜਾਨ ਆਪਣੇ ਭਾਗ ਵਡੇਰੇ। ਇਸ ਕਰਕੇ ਮਾਤਾ ਗੁਜਰੀ ਜੀਆਂ ਨੂੰ ਕਹਿ ਰਹੇ ਸਤਿਗੁਰੂ ਜੀ, ਕਹਿਣ ਲੱਗੇ ਤੁਸੀਂ ਆਪਣੇ ਵੱਡੇ ਭਾਗ ਜਾਣੋ, ਆਪਣੇ ਵੱਡੇ ਕਰਮ ਸਮਝਣਾ ਕਰੋ। ਐਸੋ ਪੁਰਖ ਪਇਓ ਗ੍ਰਹਿ ਤੇਰੇ ਘਰ ਦੇ ਵਿੱਚ ਇਹੋ ਜਿਹਾ ਮਹਾਂਪੁਰਖ ਆਇਆ, ਤੂੰ ਆਪਣੇ ਭਾਗ ਗੁਜਰੀ ਜੀ ਸਭ ਤੋਂ ਵੱਡੇ ਸਮਝ ਵੀ ਪ੍ਰਮਾਤਮਾ ਖੁਦ ਪੁੱਤਰ ਦੇ ਰੂਪ ਦੇ ਵਿੱਚ ਤੇਰੀ ਕੁੱਖ ਨੂੰ ਭਾਗ ਲਾ ਕੇ ਦੁਨੀਆ ਤੇ ਆਇਆ। ਇਦੋਂ ਵੱਡੇ ਭਾਗ, ਤੇਰੇ ਵਰਗੇ ਵੱਡੇ ਭਾਗ ਕਿਸੇ ਹੋਰ ਦੇ ਹੋ ਨਹੀਂ ਸਕਦੇ ਹਨ। ਨਹੀਂ ਸਾਜਨਾ ਅਨਕ ਸੁਣਾਵੇ। ਸੋ ਇਹ ਨਈ ਸਾਜਨਾ ਕਰੇਗਾ, ਨਵੇਂ ਕੰਮ ਕਰੇਗਾ। ਇੱਥੇ ਇਹ ਨਹੀਂ ਦੱਸਿਆ ਵੀ ਇਹ ਪੰਥ ਸਜਾਉਣਗੇ ਜਾਂ ਖਾਲਸਾ ਪੰਥ ਪੈਦਾ ਕਰਨਗੇ ਜਾਂ ਖਾਲਸੇ ਪੰਥ ਦੇ ਪਿਤਾ ਬਣਨਗੇ, ਨਹੀਂ। ਬਚਨ ਨੂੰ ਥੋੜਾ ਜਿਹਾ ਗੁਪਤ ਰੱਖ ਲਿਆ, ਪਰ ਕੁਝ ਦੱਸ ਵੀ ਦਿੱਤਾ ਹੈ ਵੀ ਆਉਣ ਵਾਲੇ ਸਮੇਂ ਵਿੱਚ ਇਹ ਨਵੀਆਂ ਨਵੀਆਂ ਸਜਾਵਟਾਂ ਕਰਨਗੇ, ਨਵੇਂ ਨਵੇਂ ਕੰਮ ਕਰਨਗੇ, ਨਵੀਂ ਨਵੀਂ ਸਾਜਨਾ ਕਰਨਗੇ। ਇਹ ਵੀ ਬਚਨ ਇਸ਼ਾਰੇ ਦੇ ਵਿੱਚ ਦੱਸ ਦਿੱਤੇ ਹਨ। ਰਿਪਨ ਕਨੇ ਘਰ ਘਾਲ ਗਵਾਵੇ। ਤੇ ਕਹਿਣ ਲੱਗੇ ਵੀ ਇਹ ਬਹੁਤਾ ਵੱਡਾ ਜੰਗ ਕਰਕੇ, ਰਿਬਕ ਘਣੇ
ਘੋਰ ਘਾਲ ਗਵਾਵੇ। ਘੋਰ ਭਿਆਨਕ ਜੰਗ ਕਰਕੇ ਨਾ ਤੇ ਬਹੁਤੇ ਦੁਸ਼ਮਣਾਂ ਨੂੰ ਇਹਨਾਂ ਨੇ ਜੰਗ ਵਿੱਚ ਮਾਰ ਦੇਣਾ ਹੈ। ਇਤਿਹਾਦਕ ਸ੍ਰੀ ਗੁਜਰੇ ਸਾਥ। ਇਹ ਸਾਰੀਆਂ ਗੱਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਸਾਡੇ ਮਾਤਾ ਜੀ ਮਾਤਾ ਗੁਜਰੀ ਜੀ ਦੇ ਨਾਲ ਕੀਤੀਆਂ ਹਨ। ਕਰੈ ਵਾਰਤਾ ਸਤਿਗੁਰੂ ਨਾਥ। ਮਾਲਕ ਸਤਿਗੁਰੂ ਪਾਤਸ਼ਾਹ ਜੀ ਇਹ ਬਚਨ ਬਲਾਸ ਆਪਣੇ ਪਰਿਵਾਰ ਦੇ ਨਾਲ ਕਰਦੇ ਪਏ ਹਨ। ਸੁਤ ਮਹਿਮਾ ਸੁਨ ਕੈ ਅਧਿਕਾਈ। ਆਪਣੇ ਪੁੱਤਰ ਦੀ ਜਦੋਂ ਮਹਿਮਾ ਸੁਣੀ ਨਾ ਮਾਤਾ ਗੁਜਰੀ ਜੀਆਂ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲੋਂ ਆਪਣੇ ਪੁੱਤਰ ਗੋਬਿੰਦ ਰਾਏ ਦੀ ਜਦੋਂ ਵਡਿਆਈ ਸੁਣੀ ਵੀ ਸਾਡਾ ਪੁੱਤਰ ਇਹੋ ਜਿਹਾ ਹੋਵੇਗਾ, ਸੁਣ ਕੇ ਉਸ ਵੇਲੇ ਕੰਤ ਗਿਰਾ ਸਚ ਕਹਿਤ ਸਦਾਈ। ਤੇ ਉਸ ਵੇਲੇ ਮਨ ਵਿੱਚ ਸੋਚਿਆ ਕਿ ਸਾਡੇ ਪਤੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਦੇ ਝੂਠ ਨਹੀਂ ਬੋਲਦੇ ਤੇ ਕਦੇ ਇਹਨਾਂ ਦਾ ਕਿਹਾ ਹੋਇਆ ਬਚਨ ਖਾਲੀ ਨਹੀਂ ਜਾਂਦਾ। ਜੇ ਇਹਨਾਂ ਨੇ ਇਹ ਗੱਲ ਕੀਤੀ ਹੈ ਤੇ ਵਾਕਿਆ ਹੀ ਇਸੇ ਤਰ੍ਹਾਂ ਹੀ ਹੋਵੇਗਾ। ਮਨ ਵਿੱਚ ਜਾਣਿਆ ਹੈ ਨਿਸ਼ਚੈ ਐਸ਼ਵਰਜ ਵਧੈ ਵਿਸਾਲੇ। ਮਾਤਾ ਜੀ ਜਾਣ ਗਏ ਵੀ ਮੈਨੂੰ ਨਿਸ਼ਚਾ ਹੈ, ਮੈਨੂੰ ਭਰੋਸਾ ਆ ਗਿਆ ਵੀ ਵਾਕਿਆ ਹੀ ਮੇਰੇ ਪੁੱਤਰ ਦਾ ਬਹੁਤ ਜ਼ਿਆਦਾ ਧਨ ਪਦਾਰਥ ਐਸ਼ੋ ਆਰਾਮ ਸਾਰੀਆਂ ਵਿਭੂਤੀਆਂ ਵਧਣਗੀਆਂ। ਮੈਨੂੰ ਅੱਜ ਹੀ ਯਕੀਨ ਆ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਨਾ ਵੀ ਧਨ ਪਦਾਰਥ ਦੀ ਕਮੀ ਨਹੀਂ ਰਵੇਗੀ ਤੇ ਮਾਤਾ ਜੀਆਂ ਨੇ ਮੰਨ ਲਿਆ। ਕਹਿਣ ਲੱਗੇ ਸਾਨੂੰ ਅੱਜ ਹੀ ਯਕੀਨ ਆ ਗਿਆ ਵੀ ਵਾਕਿਆ ਹੀ ਇਹਨਾਂ ਦੇ ਕੋਲ ਧਨ ਪਦਾਰਥ ਦੀ ਕਮੀ ਨਹੀਂ ਹੋਣੀ ਹੈ। ਅਧ ਪ੍ਰਤਾਪੀ ਹੋਏ ਰਿਪ ਘਾਲੇ। ਤੇ ਇਹ ਬਹੁਤ ਵੱਡੇ ਪ੍ਰਤਾਪੀ ਹੋ ਕੇ ਦੁਸ਼ਮਣਾਂ ਨੂੰ ਨਾਸ ਕਰਨਗੇ। ਅਧ ਹੀ ਆਕ੍ਰਿਤ ਜਾਨੀ ਜਾਤ। ਮਾਤਾ ਜੀ ਉਸ ਵੇਲੇ ਜਾਣਦੇ ਨੇ ਵੀ ਜਿਵੇਂ ਸਾਡੇ ਪਤੀ ਨੇ ਆਖਿਆ ਵੀ ਇਹ ਜੰਗ ਕਰਨਗੇ ਵੱਡੇ ਹੋ ਕੇ, ਤੇ ਮੈਨੂੰ ਤੇ ਇਹਨਾਂ ਦੀਆਂ ਖੇਡਾਂ ਵੀ ਜੰਗ ਵਾਲੀਆਂ ਹੀ ਜਾਪਦੀਆਂ। ਅੱਧੇ ਬੱਚਿਆਂ ਨੂੰ ਇੱਕ ਪਾਸੇ ਕਰ ਲੈਂਦੇ, ਅੱਧੇ ਬੱਚਿਆਂ ਨੂੰ ਇੱਕ ਪਾਸੇ ਕਰ ਲੈਂਦੇ ਤੇ ਦੋ ਟੋਲੀਆਂ ਬਣਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਂਦੇ। ਮੈਂ ਤੇ ਇਹਨਾਂ ਦੇ ਬਚਪਨ ਦੀਆਂ ਖੇਡਾਂ ਤੋਂ ਹਿਸਾਬ ਲਾ ਲਿਆ ਵੀ ਵਾਕਿਆ ਹੀ ਇਹਨਾਂ ਨੇ ਸੂਰਮੇ ਬਣ ਕੇ ਜੰਗ ਕਰਨੇ ਹਨ। ਲਖੈ ਪਰਤ ਹੁਣ ਹਾਰ ਜੋ ਬਾਤ। ਤੇ ਉਸ ਵੇਲੇ ਇਹ ਜਿਹੜੀਆਂ ਗੱਲਾਂ ਨੇ ਹੁਣੇ ਹੀ ਜਾਣੀਆਂ ਜਾਂਦੀਆਂ, ਹੁਣੇ ਹੀ ਪਤਾ ਲੱਗਦਾ ਪਿਆ ਵੀ ਵਾਕਿਆ ਹੀ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਕੰਮ ਇਹਨਾਂ ਨੇ ਕਰਨੇ ਹਨ। ਸ੍ਰੀ ਨਾਨਕ ਕੀ ਕਰਨਾ ਮਹਾ। ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਹੈ। ਪਿਤਾ ਆਪ ਜੇ ਜਿੰਬਚ ਕਹਾ। ਜਿਵੇਂ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਿਤਾ ਨੇ ਗੁਰੂ ਹਰਗੋਬਿੰਦ ਪਾਤਸ਼ਾਹ, ਮਾਤਾ ਗੁਜਰੀ ਜੀ ਕਹਿਣ ਲੱਗੇ ਜਿਵੇਂ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਚਨ ਆਖੇ ਹਨ, ਚਹੀਅਤ ਹੋਇਓ ਭਰੋਸਾ ਮੋਹੇ। ਤੇ ਮੈਨੂੰ ਭਰੋਸਾ ਹੈ ਉਹਨਾਂ ਬਚਨਾਂ ਤੇ। ਉਹ ਵੀ ਬਚਨ ਮੈਂ ਸੁਣੇ ਨੇ। ਉਹਨਾਂ ਨੇ ਵੀ ਆਖਿਆ ਸੀ ਮਾਤਾ ਨਾਨਕੀ ਜੀਆਂ ਨੂੰ, ਕਹਿਣ ਲੱਗੇ ਤੁਸੀਂ ਬਹੁਤ ਮਹਾਬਲੀ ਪੋਤਰੇ ਨੂੰ ਖਿਡਾਉਣਾ ਹੈ ਤੇ ਉਹਦੇ ਦਰਸ਼ਨ ਕਰਨੇ। ਉਹ ਵੀ ਬਚਨ ਸੁਣੇ ਨੇ, ਸਾਨੂੰ ਭਰੋਸਾ ਹੈ। ਅਤ ਪ੍ਰਤਾਪ ਜੁਤ ਛੁਤ ਸ਼ੁਭ ਤੇ ਹੋਏ। ਸਾਡਾ ਪੁੱਤਰ ਬੜੇ ਪ੍ਰਤਾਪ ਦੇ ਸਮੇਤ ਹੋਣਾ ਹੈ। ਸ੍ਰੀ ਨਾਨਕ ਕੀਰਤ ਅਵਿਰਾਮੋ। ਸਤਿਗੁਰੂ ਨਾਨਕ ਪਾਤਸ਼ਾਹ ਦੀ ਬੜੀ ਵੱਡੀ ਕੀਰਤੀ ਹੈ। ਕਰ ਹੈ ਤਿਨ ਕੋ ਉਜਲ ਨਾਮ। ਇਹ ਸਾਡਾ ਪੁੱਤਰ ਉਹਨਾਂ ਦਾ ਨਾਮ ਉਜਲ ਕਰੇਗਾ, ਹੋਰ ਚਮਕਾਏਗਾ। ਇਹ ਬਚ ਤੁਮਰੇ ਪਿਤ ਜੋ ਕਹਿਓ। ਇਹ ਬਚਨ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖੇ ਹਨ। ਜੋ ਨਿਸ਼ਚੈ ਮਮ ਮਨ ਬਸ ਤੇ ਰਹੇ। ਮੇਰੇ ਮਨ ਵਿੱਚ ਉਹ ਨਿਸ਼ਚਾ, ਮੇਰੇ ਮਨ ਵਿੱਚ ਉਹ ਭਰੋਸਾ ਹੈ। ਹੁਣ ਮਾਤਾ ਗੁਜਰੀ ਜੀ ਕਹਿਣ ਲੱਗੇ ਸਾਨੂੰ ਭਰੋਸਾ, ਸਾਨੂੰ ਯਕੀਨ ਹੈ। ਸਾਡੇ ਸਹੁਰਾ ਸਾਹਿਬ ਨੇ ਵੀ ਇਹੋ ਬਚਨ ਆਖੇ ਜਿਹੜੇ ਮੇਰੇ ਪਤੀ ਨੇ ਆਖੇ ਨੇ। ਹੁਣ ਹੋਰ ਕਿਹੜੇ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਰਨਗੇ ਉਹ ਵੀ ਆਪਾਂ ਸਰਵਣ ਕਰਾਂਗੇ। ਅੱਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਹੈ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਵਿਦਵਾਨਾਂ ਨੇ ਲਿਖੇ ਨੇ 3 ਵਿਆਹ ਹੋਏ ਸਨ। 3 ਮਾਤਾਵਾਂ ਸਨ ਸਾਡੀਆਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੀਆਂ ਸੁਪਤਨੀਆਂ 3 ਸਨ। ਸੋ ਵੱਡੇ ਨੇ ਮਾਤਾ ਸਾਹਿਬ ਮਾਤਾ ਦਮੋਦਰੀ ਜੀ। ਦਮੋਦਰੀ ਜੀਆਂ ਦੀ ਕੁੱਖ ਤੋਂ 2 ਬੱਚੇ ਪੈਦਾ ਹੋਏ। ਇੱਕ ਨੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਤੇ ਇੱਕ ਲੜਕੀ ਜਿਹਦਾ ਨਾਮ ਹੈ ਬੀਬੀ ਵੀਰੋ ਜੀ। ਬੀਬੀ ਵੀਰੋ ਜੀ ਤੇ ਬਾਬਾ ਗੁਰਦਿੱਤਾ ਜੀ ਮਾਤਾ ਪਿਤਾ ਦੇ ਵੱਲੋਂ ਸਕੇ ਭੈਣ ਭਾਈ ਸਨ। ਦੋਨੇ 2 ਬੱਚੇ ਸਨ ਮਾਤਾ ਦਮੋਦਰੀ ਜੀਆਂ ਦੇ। ਅਤੇ ਦੂਸਰੀ ਪਤਨੀ ਮਹਾਰਾਜ ਜੀਆਂ ਦੀ ਹੈ ਮਾਤਾ ਮਰਵਾਹੀ ਜੀ। ਉਹਨਾਂ ਦੀ ਕੁੱਖ ਤੋਂ ਬਾਬਾ ਸੂਰਜਮਲ ਜੀ ਦਾ ਜਨਮ ਹੋਇਆ। ਤੇ ਤੀਜੀ ਸੁਪਤਨੀ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦੀ ਨਾਮ ਹੈ ਮਾਤਾ ਨਾਨਕੀ, ਜਿਨ੍ਹਾਂ ਦਾ ਇਤਿਹਾਸ ਆਪਾਂ ਹੁਣ ਪੜ੍ਹਦੇ ਪਏ। ਇਹਨਾਂ ਤੋਂ 3 ਪੁੱਤਰ ਪੈਦਾ ਹੋਏ। ਇੱਕ ਨੇ ਬਾਬਾ ਅਣੀ ਰਾਏ ਜੀ, ਇੱਕ ਨੇ ਬਾਬਾ ਅਟਲ ਰਾਏ ਜੀ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਮਰੇ ਹੋਏ ਬੱਚੇ ਨੂੰ ਜਿਉਂਦਾ ਕੀਤਾ ਸੀ। ਧੰਨ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ, ਉਹਨਾਂ ਦੇ ਵਾਸਤੇ ਇਹ ਇੱਕ ਕਹਾਣੀ ਬਣੀ, ਇੱਕ ਬਚਨ ਬਣਿਆ ਹੋਇਆ। ਤੇ ਤੀਜੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ। ਇਹ ਸਾਰੇ ਬੱਚੇ ਜਿਹੜੇ ਸਨ ਮਾਤਾ ਨਾਨਕੀ ਦੇ ਸਨ। ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ। ਜਿਹੜੇ ਸਭ ਤੋਂ ਵੱਡੇ ਸਨ ਮਾਤਾ ਦਮੋਦਰੀ ਜੀ, ਉਹਨਾਂ ਦੇ 2 ਬੱਚੇ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਤੇ ਬੀਬੀ ਵੀਰੋ ਜੀ, ਸਕੇ ਭੈਣ ਭਾਈ।
ਬਾਬਾ ਗੁਰਦਿੱਤਾ ਜੀਆਂ ਨੂੰ ਮਹਾਰਾਜ ਦਾ ਹੁਕਮ ਹੋਇਆ ਸਤਿਗੁਰੂ ਪਾਤਸ਼ਾਹ ਜੀਆਂ ਦਾ ਵੀ ਕੀਰਤਪੁਰ ਸਾਹਿਬ ਤੁਸੀਂ ਨਗਰ ਵਸਾਓ। ਉਹਨਾਂ ਨੇ ਨਗਰ ਵਸਾਇਆ। ਸਮਾਂ ਬਤੀਤ ਹੋ ਗਿਆ। ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਵਿਆਹ ਜਿਹੜਾ ਨਾ ਬਟਾਲਾ ਨਗਰ ਹੈ ਅੰਮ੍ਰਿਤਸਰ ਦੇ ਵਿੱਚ। ਬਟਾਲੇ ਨਗਰ ਬਾਬਾ ਗੁਰਦਿੱਤਾ ਸਾਹਿਬ ਜੀਆਂ ਦੇ ਸਹੁਰੇ ਸਨ ਅਤੇ ਸਾਡੇ ਮਾਤਾ ਜੀ ਅਨੰਤੀ ਜੀ, ਉਹਨਾਂ ਨੂੰ ਅਨੰਤੀ ਜੀ ਵੀ ਆਖਿਆ ਜਾਂਦਾ ਹੈ। ਇਤਿਹਾਸਕਾਰਾਂ ਨੇ 29 ਵੀ ਨਾਂ ਲਿਖਿਆ ਹੈ ਅਤੇ ਮਾਤਾ ਨਿਹਾਲ ਕੌਰ ਵੀ ਨਾਮ ਲਿਖਿਆ। ਵੱਖ-ਵੱਖ ਨਾਮ ਇਤਿਹਾਸਕਾਰਾਂ ਨੇ ਦਿੱਤੇ ਨੇ। ਅਨੰਤੀ ਜੀ ਔਰ ਨਿਹਾਲ ਕੌਰ ਜੀ ਨਾਂ ਜਿਹੜੇ ਨੇ ਉਹ ਪੰਥ ਪ੍ਰਸਿੱਧ ਨੇ। ਬਾਬਾ ਗੁਰਦਿੱਤਾ ਸਾਹਿਬ ਜੀਆਂ ਦਾ ਵਿਆਹ ਮਾਤਾ ਨਿਹਾਲ ਕੌਰ ਦੇ ਨਾਲ, ਜੋ ਬਟਾਲੇ ਦੇ ਰਹਿਣ ਵਾਲੇ ਸਨ, ਉਹਨਾਂ ਦੇ ਨਾਲ ਹੋਇਆ ਅਤੇ ਬਾਬਾ ਗੁਰਦਿੱਤਾ ਸਾਹਿਬ ਦੀ ਡਿਊਟੀ ਲੱਗ ਗਈ, ਤੁਸੀਂ ਕੀਰਤਪੁਰ ਸਾਹਿਬ ਨੂੰ ਵਸਾਉਣਾ ਹੈ, ਇੱਥੇ ਸ਼ਹਿਰ ਬਣਾਉਣਾ। ਇਹ ਤਾਂ ਜੰਗਲ ਹੀ ਹੈ, ਪਹਾੜ ਹੀ ਸਨ, ਕੁਝ ਨਹੀਂ। ਇਹ ਸ਼ਹਿਰ ਬਾਬਾ ਗੁਰਦਿੱਤਾ ਸਾਹਿਬ ਨੇ ਵਸਾਇਆ। ਸਮਾਂ ਬਤੀਤ ਹੋ ਗਿਆ। ਬਾਬਾ ਗੁਰਦਿੱਤਾ ਸਾਹਿਬ ਜੀਆਂ ਦੇ ਘਰੇ ਵੱਡੇ ਪੁੱਤਰ ਨੇ ਜਨਮ ਲਿਆ। ਨਾਮ ਹੈ ਧੰਨ ਬਾਬਾ ਧੀਰਮਲ ਜੀ। ਧੀਰਮਲ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜੇਠੇ ਪੋਤਰੇ ਸਨ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵੱਡੇ ਪੁੱਤਰ ਸਨ ਅਤੇ ਉਸ ਤੋਂ ਬਾਅਦ ਵਿੱਚ ਫਿਰ ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ 1686 ਬਿਕਰਮੀ ਸੰਮਤ ਜੋ ਹੈ ਅੱਜ ਦੇ ਦਿਨ ਮਾਤਾ ਨਿਹਾਲ ਕੌਰ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸਤਿਗੁਰਾਂ ਦਾ ਜਨਮ ਜਿਹੜਾ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਹੋਇਆ। ਅਤੇ ਜਦੋਂ ਨਾਮ ਰੱਖਣ ਦੀ ਗੱਲ ਆਈ ਉਸ ਵੇਲੇ ਬਾਬਾ ਗੁਰਦਿੱਤਾ ਜੀਆਂ ਨੇ ਇੱਕ ਸਿੱਖ ਨੂੰ ਕੀਰਤਪੁਰ ਸਾਹਿਬ ਤੋਂ ਕੁਝ ਮਠਿਆਈ ਅਤੇ ਕੁਝ ਵਸਤੂਆਂ ਦੇ ਕੇ ਅੰਮ੍ਰਿਤਸਰ ਭੇਜਿਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ। ਸਿੱਖ ਨੂੰ ਆਖਿਆ ਜਾ ਕੇ ਸਾਡੇ ਪਿਤਾ ਨੂੰ ਬੇਨਤੀ ਕਰੋ ਵੀ ਨਾਮਕਰਨ ਉਹ ਕਰਨ ਆਪਣੇ ਮੁਖ ਤੋਂ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਖਬਰ ਗਈ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਉਸ ਵੇਲੇ ਆਪਣੇ ਮੁਖ ਤੋਂ ਨਾਮ ਰੱਖਿਆ ਸ੍ਰੀ ਹਰਿ ਰਾਏ ਸਾਹਿਬ ਜੀ। ਹਰ ਨਾਮ ਪਰਮੇਸ਼ਰ ਦਾ, ਰਾਏ ਨਾਮ ਜਿਹੜਾ ਰਾਜਾ ਹੈ, ਜਿਹੜਾ ਪਰਮੇਸ਼ਰ ਰਾਜਾ ਹੈ ਨਾ, ਅਕਾਲ ਪੁਰਖ, ਤੁਮ ਹੋ ਸਭ ਰਾਜਨ ਕੇ ਰਾਜਾ ਬਚਨ ਆਉਂਦੇ ਨਾ। ਸੋ ਉਸ ਪਰਮੇਸ਼ਰ ਦਾ ਰੂਪ ਨੇ ਗੁਰੂ ਹਰਿ ਰਾਏ ਸਾਹਿਬ ਜੀ। ਇਹ ਨਾਮਕਰਨ ਜਿਹੜਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਮੁਖ ਤੋਂ ਕੀਤਾ ਔਰ ਮਹਾਰਾਜ ਜਾਣਦੇ ਵੀ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਗੁਰਤਾ ਗੱਦੀ 'ਤੇ ਬੈਠਣਾ ਹੈ। ਇਹ ਬੜੇ ਆਗਿਆਕਾਰੀ ਹੋਣਗੇ, ਬੜੇ ਲਾਇਕ ਹੋਣਗੇ। ਗੁਣਾਂ ਦੇ ਨਾਲ ਬਚਨ ਮੰਨਣ ਕਰਕੇ ਪ੍ਰਾਪਤੀ ਹੁੰਦੀ ਹੈ। ਹੁਣ ਪੋਤਰੇ ਨੇ 2 ਅਤੇ ਪੁੱਤਰ ਵੀ ਕੋਲ ਨੇ। 3 ਪੁੱਤਰ ਮਹਾਰਾਜ ਦੇ ਉਸ ਵੇਲੇ ਜਿਉਂਦੇ ਸਨ, ਕੋਲ ਸਨ। ਜਦੋਂ ਗੁਰਤਾ ਗੱਦੀ ਮਿਲੀ ਹੈ ਨਾ ਗੁਰੂ ਹਰਿ ਰਾਏ ਸਾਹਿਬ ਜੀਆਂ ਨੂੰ, 3 ਪੁੱਤਰ ਉਦੋਂ ਮਹਾਰਾਜ ਦੇ ਕੋਲ ਸਨ ਅਤੇ 2 ਪੋਤਰੇ ਵੀ ਕੋਲ ਸਨ। ਧੀਰਮਲ ਵੀ ਉਦੋਂ ਹੈ ਸੀ ਦੁਨੀਆ 'ਤੇ ਅਤੇ ਗੁਰੂ ਹਰਿ ਰਾਏ ਸਾਹਿਬ ਵੀ। ਪਰ ਧੀਰਮਲ ਨੂੰ ਕਿਉਂ ਨਹੀਂ ਮਿਲੀ ਗੁਰਤਾ ਗੱਦੀ? ਕਿਉਂਕਿ ਜਦੋਂ ਮਹਾਰਾਜ ਨੇ ਕੀਰਤਪੁਰ ਸਾਹਿਬ, ਕਰਤਾਰਪੁਰ ਸਾਹਿਬ ਨੂੰ ਛੱਡਿਆ, ਸਤਿਗੁਰੂ ਕਹਿੰਦੇ ਚਲੋ ਭਾਈ ਸਾਰਾ ਪਰਿਵਾਰ ਆਪਾਂ ਚੱਲੀਏ, ਇੱਥੇ ਜੰਗ ਕੀਤਾ, ਇੱਥੋਂ ਹੁਣ ਆਪਾਂ ਰਹਿਣਾ ਨਹੀਂ, ਆਪਾਂ ਕੀਰਤਪੁਰ ਸਾਹਿਬ ਚੱਲੀਏ। ਸਾਰਾ ਪਰਿਵਾਰ ਤਿਆਰ ਹੋ ਪਿਆ ਚੱਲਣ ਵਾਸਤੇ, ਪਰ ਧੀਰਮਲ ਨੇ ਨਾ ਕਰਤੀ। ਕਹਿਣ ਲੱਗਾ ਮੈਂ ਨਹੀਂ ਆਪਣੇ ਦਾਦੇ ਨਾਲ ਜਾਣਾ, ਦਾਦਾ ਮੇਰਾ ਤੇ ਕਿਤੇ ਨਾ ਕਿਤੇ ਜੰਗ ਕਰ ਹੀ ਛੱਡਦਾ, ਲੋਕਾਂ ਨਾਲ ਵੈਰ ਪੁਆ ਛੱਡਦਾ, ਮੈਂ ਨਹੀਂ ਇਹਨਾਂ ਦੇ ਨਾਲ ਜਾਵਾਂਗਾ। ਸਤਿਗੁਰਾਂ ਨੂੰ ਪਤਾ ਲੱਗਾ ਵੀ ਮਹਾਰਾਜ ਤੁਹਾਡਾ ਵੱਡਾ ਪੋਤਰਾ ਤੁਹਾਡੇ ਨਾਲ ਜਾਣ ਵਾਸਤੇ ਸਹਿਮਤ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਉਹਦੀ ਮਰਜ਼ੀ ਹੈ, ਨਹੀਂ ਕਹਿਣਾ ਮੰਨਦਾ ਤੇ ਰਹਿ ਪਵੇ ਇੱਥੇ। ਅਤੇ ਫਿਰ ਸਤਿਗੁਰਾਂ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ, ਜਿਹੜਾ ਗੁਰੂ ਅਰਜਨ ਸਾਹਿਬ ਨੇ ਲਿਖਵਾਇਆ, ਆਪਾਂ ਲੈ ਚੱਲੀਏ। ਅਤੇ ਜਦੋਂ ਸਿੱਖ ਸਰੂਪ ਲੈਣ ਵਾਸਤੇ ਗਏ, ਧੀਰਮਲ ਨੇ ਉਹ ਸਰੂਪ ਜਿਹੜਾ ਸੀ ਇੱਕ ਕਮਰੇ ਦੇ ਵਿੱਚ ਰੱਖ ਕੇ ਬਾਹਰੋਂ ਜੰਦਰਾ ਮਾਰ ਲਿਆ, ਲੁਕੋ ਲਿਆ, ਆਪਣੇ ਕੋਲ ਛੁਪਾ ਲਿਆ ਵੀ ਇਹ ਨਹੀਂ ਮੈਂ ਦੇਣਾ। ਸਿੱਖਾਂ ਨੇ ਆ ਕੇ ਦੱਸਿਆ ਮਹਾਰਾਜ ਤੁਹਾਡੇ ਪੋਤਰੇ ਨੇ ਸਰੂਪ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਕਰਦਾ ਹੈ ਤਾਂ ਕੋਈ ਗੱਲ ਨਹੀਂ, ਚਲੋ ਆਪਾਂ ਚੱਲੀਏ। ਹੁਣ ਪੋਤਰੇ 2 ਨੇ। ਇੱਕ ਪੋਤਰਾ ਉਹ ਹੈ ਜਿਹੜਾ ਕਹਿੰਦਾ ਮੈਂ ਦਾਦੇ ਨਾਲ ਜਾਣਾ ਹੀ ਨਹੀਂ ਹੈ। ਪੋਤਰਾ ਉਹ ਹੈ ਜਿਹਨੇ ਸਰੂਪ ਲੁਕਾ ਕੇ ਜੰਦਰਾ ਹੀ ਮਾਰ ਲਿਆ ਵੀ ਮੈਂ ਸਰੂਪ ਵੀ ਤੁਹਾਨੂੰ ਨਹੀਂ ਦੇਣਾ, ਹੈ ਉਹ ਵੀ ਪੋਤਰਾ ਹੈ। ਅਤੇ ਦੂਜੇ ਪਾਸੇ ਪੋਤਰੇ ਨੇ ਗੁਰੂ ਹਰਿ ਰਾਏ ਸਾਹਿਬ ਜੀ। ਇੱਕ ਦਿਨ ਕੀ ਹੋਇਆ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਗ ਦੇ ਵਿੱਚ ਟਹਿਲਦੇ ਪਏ ਸਨ ਕੀਰਤਪੁਰ ਸਾਹਿਬ ਦੀ ਧਰਤੀ 'ਤੇ। ਅਤੇ ਜਦੋਂ ਮਹਾਰਾਜ ਲੰਘ ਕੇ ਗਏ ਨਾ ਬਾਗ ਦੇ ਵਿੱਚ, ਰਸਤੇ ਦੇ ਵਿੱਚ ਇੱਕ ਬੜਾ ਸੋਹਣਾ ਫੁੱਲ ਖਿੜਿਆ ਹੋਇਆ, ਬੜੀ ਸੋਹਣੀ ਉਹਦੀ ਮਹਿਕ ਖੁਸ਼ਬੂ ਆਉਂਦੀ ਹੈ। ਸਤਿਗੁਰੂ ਨੇ ਵੇਖਿਆ ਖਲੋ ਕੇ ਉਸ ਫੁੱਲ ਦੇ ਵੱਲ ਅਤੇ ਫਿਰ ਅੱਗੇ ਚਲੇ ਗਏ। ਜਦੋਂ ਗੁਰੂ ਹਰਿ ਰਾਏ ਸਾਹਿਬ ਜੀਆਂ ਨੂੰ ਪਤਾ ਲੱਗਾ ਵੀ ਸਾਡੇ ਦਾਦਾ ਜੀ ਬਾਗ ਦੇ ਵਿੱਚ ਗਏ ਨੇ, ਆਪਣੇ ਦਾਦਾ ਜੀ ਨੂੰ ਮਿਲਣ ਵਾਸਤੇ ਦੌੜੇ ਜਦੋਂ ਰਸਤੇ ਤੋਂ ਲੰਘੇ, ਗਲ ਵਿੱਚ ਚੋਲਾ ਪਾਇਆ ਸੀ, ਹਵਾ ਦੇ ਨਾਲ ਚੋਲਾ ਉੱਡਿਆ
ਫੁੱਲ ਦੇ ਨਾਲ ਖਹਿ ਗਿਆ ਤੇ ਫੁੱਲ ਟੁੱਟ ਕੇ ਧਰਤੀ ਤੇ ਡਿੱਗ ਪਿਆ। ਹੁਣ ਗੁਰੂ ਹਰਿਰਾਏ ਸਾਹਿਬ ਜੀ ਨੂੰ ਤਾਂ ਪਤਾ ਨਹੀਂ ਲੱਗਾ ਇਸ ਗੱਲ ਦਾ, ਉਦੋਂ ਬੱਚੇ ਸਨ, ਛੋਟੀ ਉਮਰ ਆ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਵਾਪਸ ਆਏ, ਟੁੱਟਾ ਹੋਇਆ ਫੁੱਲ ਵੇਖਿਆ ਤੇ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਆ ਕਿਹਨੇ ਫੁੱਲ ਤੋੜਿਆ ਹੈ? ਇਹ ਫੁੱਲ ਕਿੰਨਾ ਸੋਹਣਾ ਖਿੜਿਆ ਹੋਇਆ ਸੀ, ਰੁੱਖ ਦੇ ਬੂਟੇ ਦੇ ਨਾਲ ਲੱਗਾ ਹੋਇਆ, ਕਿੰਨੀ ਖੁਸ਼ਬੂ ਮਹਿਕ ਦੇ ਰਿਹਾ, ਹੁਣ ਵੇਖੋ ਕੁਮਲਾ ਗਿਆ ਹੈ। ਸਿੱਖਾਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਤੁਹਾਡੇ ਪੋਤਰੇ ਸ੍ਰੀ ਹਰਿਰਾਏ ਸਾਹਿਬ ਜੀ ਇੱਥੋਂ ਲੰਘੇ ਸਨ ਭੱਜ ਕੇ, ਤੇ ਉਹਨਾਂ ਦਾ ਚੋਲਾ ਉੱਡਿਆ ਤੇ ਤਾਂ ਫੁੱਲ ਟੁੱਟਿਆ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਸ੍ਰੀ ਹਰਿਰਾਏ ਜੀਆਂ ਨੂੰ ਕਹਿਣ ਲੱਗੇ, ਜੇ ਚੋਲਾ ਨਹੀਂ ਨਾ ਸੰਭਾਲਿਆ ਜਾਂਦਾ ਤੇ ਏਡਾ ਵੱਡਾ ਚੋਲਾ ਪਾਉਣ ਦੀ ਲੋੜ ਨਹੀਂ ਹੈ, ਛੋਟਾ ਪਾ ਲਿਆ ਕਰੋ। ਤੇ ਜੇ ਇਹੋ ਹੀ ਚੋਲਾ ਪਾਉਣਾ ਤੇ ਫਿਰ ਇਸ ਨੂੰ ਸੰਭਾਲਿਆ ਕਰੋ, ਇਹਦੇ ਨਾਲ ਪ੍ਰਕਿਰਤੀ ਖਰਾਬ ਨਹੀਂ ਹੋਣੀ ਚਾਹੀਦੀ। ਕੁਦਰਤ ਵਿੱਚ ਤੁਸੀਂ ਇਹ ਗਲਤੀ ਕੀਤੀ ਹੈ ਜੋ ਫੁੱਲ ਤੋੜ ਦਿੱਤਾ। ਜਦੋਂ ਗੁਰੂ ਹਰਿਰਾਏ ਸਾਹਿਬ ਜੀਆਂ ਨੇ ਬਚਨ ਸੁਣੇ ਨਾ ਆਪਣੇ ਦਾਦਾ ਜੀ ਦੇ ਕੋਲੋਂ, ਮਾਫੀ ਮੰਗੀ, ਹੱਥ ਜੋੜ ਕੇ ਆਖਿਆ ਗਾਂ ਤੋਂ ਗਲਤੀ ਨਹੀਂ ਹੋਵੇਗੀ। ਸਾਰੀ ਉਮਰ ਜਿੰਨਾ ਚਿਰ ਸਰੀਰ ਕਰਕੇ ਰਹਿ ਨਾ, ਜਦੋਂ ਚੋਲਾ ਪਾ ਕੇ ਤੁਰਨਾ ਰਸਤੇ ਦੇ ਉੱਪਰ ਤੇ ਚੋਲੇ ਨੂੰ ਫੜ ਲੈਣਾ, ਅੱਗੋਂ ਵੀ ਤੇ ਪਿੱਛੋਂ ਵੀ ਇਕੱਠਾ ਕਰਕੇ ਹੱਥ ਵਿੱਚ ਫੜ ਲੈਣਾ, ਸਾਡਾ ਚੋਲਾ ਨਾ ਉੱਡੇ। ਸਾਡੇ ਦਾਦੇ ਦਾ ਹੁਕਮ ਸੀ ਵੀ ਜੇ ਚੋਲਾ ਵੱਡਾ ਪਾਉਣਾ ਹੈ ਤੇ ਉੱਡ ਕੇ ਫੁੱਲ ਨਹੀਂ ਟੁੱਟਣਾ ਚਾਹੀਦਾ। ਹੁਣ ਬਚਨ ਇਹ ਆ ਵੀ ਪੋਤਰੇ ਦੋਵੇਂ ਹੀ ਨੇ। ਇੱਕ ਪੋਤਰਾ ਤੇ ਉਹ ਹੈ ਕਹਿੰਦਾ ਵੀ ਦਾਦੇ ਨਾਲ ਮੈਂ ਜਾਣਾ ਹੀ ਨਹੀਂ, ਮੈਂ ਸਰੂਪ ਆਪਣੇ ਘਰ ਵਿੱਚ ਰੱਖ ਕੇ ਜੰਦਾ ਮਾਰ ਲਵਾਂ, ਇਹ ਵੀ ਨਹੀਂ ਮੈਂ ਦੇਣਾ, ਉਹ ਵੀ ਪੋਤਰਾ ਹੀ ਹੈ। ਤੇ ਇੱਕ ਪੋਤਰਾ ਇਹ ਗੱਲ ਕਹਿੰਦਾ ਵੀ ਮੇਰੇ ਚੋਲੇ ਨਾਲ ਉੱਡ ਕੇ ਫੁੱਲ ਟੁੱਟਿਆ, ਦੁਬਾਰਾ ਗਲਤੀ ਨਹੀਂ ਮੈਂ ਇਹ ਕਰਨੀ, ਕਹਿਣੇ ਵਿੱਚ ਰਹਿਣਾ, ਹੁਕਮ ਦੇ ਵਿੱਚ ਰਹਿਣਾ। ਤੇ ਫਿਰ ਗੁਰਤਾ ਗੱਦੀ ਕਿਹਨੂੰ ਮਿਲੇਗੀ? ਗੁਰਤਾ ਗੱਦੀ ਉਹਨੂੰ ਹੀ ਮਿਲੇਗੀ ਨਾ ਜਿਹਨੇ ਹੁਕਮ ਮੰਨਿਆ, ਕਹਿਣਾ ਮੰਨਿਆ। ਤੇ ਗੁਰਤਾ ਗੱਦੀ ਤੇ ਗੁਰੂ ਹਰਿਰਾਏ ਸਾਹਿਬ ਬੈਠੇ, ਪਰ ਧੀਰਮਲ ਫਿਰ ਵੀ ਵੈਰ ਹੀ ਕਰਦਾ ਰਿਹਾ। ਇਹ ਨਹੀਂ ਵੇਖਿਆ ਵੀ ਗਲਤੀਆਂ ਮੇਰੀਆਂ ਨੇ, ਮੇਰੀਆਂ ਗਲਤੀਆਂ ਕਰਕੇ ਨਹੀਂ ਮਿਲੀ ਹੈ, ਨਹੀਂ, ਪਰ ਛੋਟੇ ਨੂੰ ਕਿਉਂ ਮਿਲੀ, ਵੈਰ ਕੀਤਾ। ਫਿਰ ਆਪਣੇ ਭਰਾ ਦੇ ਪੁੱਤਰ ਦੇ ਨਾਲ ਵੈਰ ਕੀਤਾ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਨਾਲ ਵੈਰ ਕਰਦਾ ਰਿਹਾ ਧੀਰਮਲ। ਤੇ ਫਿਰ ਆਪਣੇ ਸਕੇ ਚਾਚੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਵੀ ਵੈਰ ਕੀਤਾ, ਗੋਲੀ ਚਲਾ ਦਿੱਤੀ ਉਹਨਾਂ ਦੇ ਉੱਪਰ। ਇਸੇ ਧੀਰਮਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਵੀ ਵੈਰ ਕੀਤਾ, ਬੋਲੀਆਂ ਮਾਰੀਆਂ, ਤਾਨੇ ਮਾਰੇ, ਮਿਹਣੇ ਦਿੱਤੇ ਸਨ। ਰੋਹ ਵਿਚਾਰ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਬਚਨ ਮੰਨਦੇ ਨੇ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬਚਨ ਮੰਨਿਆ ਸ੍ਰੀ ਹਰਿਰਾਏ ਸਾਹਿਬ ਜੀਆਂ ਨੇ। ਐਸੇ ਸਨ ਜਿਨ੍ਹਾਂ ਦੇ ਪਰਥਾਏ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਖੁਸ਼ ਹੋ ਕੇ ਆਪਣੇ ਪੁੱਤਰਾਂ ਨੂੰ ਛੱਡ ਕੇ, ਬਾਕੀ ਪਰਿਵਾਰ ਨੂੰ ਛੱਡ ਕੇ, ਆਪਣੀ ਮਰਜ਼ੀ ਦੇ ਨਾਲ, ਆਪਣੀ ਖੁਸ਼ੀ ਦੇ ਨਾਲ ਆਪ ਗੁਰਤਾ ਗੱਦੀ ਤੇ ਇਹਨਾਂ ਨੂੰ ਬਿਠਾਇਆ। ਆਖਿਆ ਸਾਰੇ ਜਣੇ ਮੱਥਾ ਟੇਕੋ, ਇਹ ਗੁਰੂ ਨੇ, ਇਹ ਹੁਕਮ ਮੰਨਣ ਵਾਲੇ, ਕਹਿਣਾ ਮੰਨਣ ਵਾਲੇ। ਆਪਾਂ ਬਚਨ ਪੜ੍ਹਦੇ ਹਾਂ, ਸੁਣਿਆ, ਮੰਨਿਆ, ਮਨ ਕੀਤਾ ਪਾਓ। ਬਚਨ ਸੁਣਨਾ ਇਹ ਵੱਡੀ ਸੇਵਾ ਹੈ। ਆਪਾਂ ਸੁਣਦੇ ਪਏ ਹਾਂ, ਕਥਾ ਸੁਣਦੇ ਪਏ, ਇਹ ਸੁਣਨਾ ਸੇਵਾ ਹੈ। ਸੁਣਨ ਤੋਂ ਬਾਅਦ ਵਿੱਚ ਫਿਰ ਮੰਨਣਾ ਵੀ ਗੁਰੂ ਨੇ ਆਖਿਆ ਕੀ ਹੈ, ਉਹਨੂੰ ਮੰਨਣਾ, ਇਹ ਉਸ ਤੋਂ ਵੱਡੀ ਸੇਵਾ ਹੈ, ਇਹ ਉਸ ਤੋਂ ਵੱਡਾ ਯੋਗਦਾਨ ਹੈ ਸੇਵਾ ਕਮਾਉਣ ਦਾ। ਤੇ ਅਗਲਾ ਬਚਨ ਮਹਾਰਾਜ ਕਹਿਣ ਲੱਗੇ, ਮਨ ਕੀਤਾ ਭਾਓ। ਫਿਰ ਡਰ ਮੰਨਣਾ ਰੱਬ ਦਾ, ਗੁਰੂ ਦਾ ਡਰ ਮੰਨਣਾ, ਡਰ ਵਿੱਚ ਰਹਿ ਕੇ ਕਰਮ ਕਰਨਾ, ਉਹ ਪ੍ਰਾਪਤੀ ਵਾਲਾ ਹੈ। ਸੋ ਐਸੇ ਨੇ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਦਾਦਾ ਸਤਿਗੁਰੂ ਦਾ ਕਹਿਣਾ ਮੰਨਿਆ ਸਾਰੀ ਉਮਰ। ਇਸ ਵਾਸਤੇ ਵੀ ਇਹਨਾਂ ਨੇ ਕਿਹਾ ਇਹ ਬਚਨ ਨੂੰ ਕਮਾਉਣਾ ਹੈ। ਗੁਰੂ ਹਰਿਰਾਏ ਸਾਹਿਬ ਜੀਆਂ ਦਾ ਅਵਤਾਰ 1686 ਸੰਮਤ ਬਿਕਰਮੀ ਨੂੰ ਮਾਤਾ ਨਿਹਾਲ ਕੌਰ ਦੀ ਕੁੱਖੋਂ ਬਾਬਾ ਗੁਰਦਿੱਤਾ ਸਾਹਿਬ ਜੀਆਂ ਦੇ ਘਰ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਹੋਇਆ ਹੈ। ਐਸੇ ਗੁਰੂ ਪਾਤਸ਼ਾਹ ਦਾ ਆਪ ਸੰਗਤਾਂ ਗੁਰਪੁਰਬ ਮਨਾ ਰਹੇ ਹੋ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਮਹਾਰਾਜ ਸਾਹਿਬ ਜੀਆਂ ਦੇ ਪ੍ਰਕਾਸ਼ ਪੁਰਬ ਦੀ। ਸਤਿਗੁਰੂ ਰਹਿਮਤ ਕਰਨ ਸਾਡੇ ਸਭਨਾਂ ਦੇ ਘਰਾਂ ਅੰਦਰ ਸੁੱਖ ਸ਼ਾਂਤੀ